ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜਿਉ ਸੋਏ। ਸਤਿਗੁਰ ਸੇਵਿਐ ਹਰ ਮਨ ਵਸੈ, ਤਿਥੈ ਭਉ ਕਦੇ ਨਾ ਹੋਏ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜਿਉ ਸੋਏ। ਸਤਿਗੁਰ ਸੇਵਿਐ ਹਰ ਮਨ ਵਸੈ, ਤਿਥੈ ਭਉ ਕਦੇ ਨਾ ਹੋਏ। ਦੁਸ਼ਮਨ ਦੁਖ ਤਿਸਨੋ ਨੇੜ ਨਾ ਆਵੈ, ਪੋਹ ਨਾ ਸਕੈ ਕੋਇ। ਗੁਰਮੁਖ ਮਨ ਵਿਚਾਰਿਆ, ਜੋ ਤਿਸ ਭਾਵੈ ਸੋ ਹੋਏ। ਨਾਨਕ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ। ਗੁਰਮੁਖ ਮਨ ਵਿਚਾਰਿਆ, ਜੋ ਤਿਸ ਭਾਵੈ ਸੋ ਹੋਏ। ਨਾਨਕ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਆਪਣੇ ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰਾਂ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਮਹਾਰਾਜ ਨੇ ਅੱਜ ਵੀ ਅੰਮ੍ਰਿਤ ਵੇਲੇ ਸਾਡੇ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ।
ਜਿਸ ਨੂੰ ਸਾਡੇ ਵਡੇਰੇ ਗੁਰਮੁਖ ਸ਼੍ਰੀਮੁਖ ਵਾਕ ਕਹਿ ਕੇ ਮਾਣ ਦਿੰਦੇ ਨੇ। ਤੇ ਅੱਜ ਮਹਾਰਾਜ ਨੇ ਦੱਸਿਆ ਨਾ ਕਿ ਹਰ ਇੱਕ ਜੀ ਜੋ ਕਰਤੇ ਨੇ ਆਪਣੀ ਰਚਨਾ 'ਚ ਰਚਿਆ ਹੋਇਆ, ਹਰ ਇੱਕ ਜੀ ਨੂੰ ਧੰਦੇ 'ਚ ਲਾਇਆ। ਉਸਨੇ ਸਭ ਜਗ ਧੰਦੜੇ ਲਾਇਆ ਤੇ ਸਾਰੇ ਜਗਤ ਦੀ ਰਚਨਾ ਰਚ ਕੇ ਜਦੋਂ ਉਸਨੇ ਸਾਰੇ ਜਗਤ ਨੂੰ ਕਿਸੇ ਨਾ ਕਿਸੇ ਆਹਰ ਵਿੱਚ ਲਾਇਆ ਹੋਇਆ, ਤੇ ਫਿਰ ਸਾਨੂੰ ਵੀ ਤਾਂ ਮਤਲਬ ਕਿਸੇ ਤੇ ਆਹਰ 'ਚ ਲਾਇਆ ਹੀ ਹੈ ਨਾ। ਦੁਨਿਆਵੀ ਤੌਰ 'ਤੇ ਅਸੀਂ ਦੇਖਦੇ ਹਾਂ ਸਾਨੂੰ ਕਿਸੇ ਨਾ ਕਿਸੇ ਕਿਰਤ ਨਾਲ ਸੰਬੰਧਿਤ ਕੀਤਾ ਹੋਇਆ, ਜਿਹਦੇ ਸਦਕੇ ਅਸੀਂ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਾਂ। ਪਰ ਸੱਚ ਜਾਣਨਾ, ਇਹ ਆਹਰ ਜੋ ਅਸੀਂ ਰੋਜ਼ੀ ਰੋਟੀ ਦਾ ਕਮਾ ਰਹੇ ਹਾਂ, ਇਹਨੂੰ ਤਾਂ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਸਮਾਜ ਦੇ ਵਡੇਰੇ ਸਿਆਣਿਆਂ ਦੀ ਸਲਾਹ ਲੈ ਕੇ ਬਦਲ ਸਕਦੇ ਹਾਂ। ਚੰਗੇ ਉਸਤਾਦ ਮਿਲ ਜਾਣ, ਚੰਗਾ ਕੋਈ ਸਲਾਹਕਾਰ ਮਿਲ ਜਾਏ, ਕੋਈ ਮਦਦਗਾਰ ਮਿਲ ਜਾਏ, ਇਹ ਰੋਜ਼ੀ ਰੋਟੀ ਦੀ ਕਿਰਤ ਬਦਲੀ ਜਾਂਦੀ ਹੈ ਔਰ ਗਾਹੇ ਬਗਾਹੇ ਹਰ ਰੋਜ਼ ਬਦਲੀ ਜਾ ਰਹੀ ਹੈ। ਸਮੇਂ ਦੇ ਵਿੱਚ ਦੇਖਿਆ ਬਦਲੀਆਂ ਜਾ ਰਹੀਆਂ ਕਿਰਤਾਂ, ਪਰ ਕੋਈ ਐਸੀ ਕਿਰਤ ਵੀ ਹੋਏਗੀ, ਕੋਈ ਐਸਾ ਆਹਰ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਜੇ ਅਸੀਂ ਆਪਣੇ ਤੋਂ ਹੇਠਲੇ ਜਿਹੜੇ ਪਸ਼ੂ ਪਕਸ਼ੀ ਮੰਡਲ ਨੇ, ਉਹਨਾਂ ਦੇ ਜੀਵਨ ਦੇ ਪੱਧਰਾਂ ਨੂੰ ਅਸੀਂ ਬਦਲ ਨਹੀਂ ਸਕਦੇ। ਜੋ ਉਹਨਾਂ ਦੀਆਂ ਕੁਦਰਤੀ ਕਿਰਿਆਵਾਂ ਨੇ, ਅਸੀਂ ਉਹਨਾਂ ਨੂੰ ਦੂਜੇ ਪਾਸੇ ਨਹੀਂ ਲਾ ਸਕਦੇ ਨਾ। ਉਹ ਨੇ ਕੁਝ ਸੀਮਿਤ ਦਾਇਰੇ ਦੇ ਵਿੱਚ ਘੁੰਮਦੇ ਨੇ। ਪਰ ਇੱਕ ਕਿਰਤ ਸਾਡੇ ਕੋਲ ਵੀ ਹੈ ਜਿਸ ਨੂੰ ਅਸੀਂ ਬਦਲ ਹੀ ਨਹੀਂ ਸਕਦੇ। ਹਾਂ, ਉਹ ਅਸੀਂ ਕਰਦੇ ਹਾਂ ਜਾਂ ਨਹੀਂ ਕਰਦੇ, ਇਹ ਅਗਲੀ ਗੱਲ ਹੈ। ਸਾਡੇ ਚੋਂ ਬਹੁਤੇ ਜੀਵ ਕਿਰਤ ਨਹੀਂ ਕਰਦੇ, ਥੋੜ੍ਹੇ ਕਰਦੇ ਨੇ। ਜਿਹੜੇ ਕਰਦੇ ਨੇ ਉਹ ਮਨ ਕਰਕੇ ਸ਼ਾਂਤ ਨੇ, ਉਹੀ ਸਫਲਤਾਵਾਂ ਪ੍ਰਾਪਤ ਕਰਦੇ ਨੇ। ਜਿਹੜੇ ਨਹੀਂ ਕਰਦੇ, ਕੋਈ ਗੱਲ ਨਹੀਂ ਭਾਈ, ਸਮਾਂ ਪਾ ਕੇ ਵੀ ਕਰਨਗੇ। ਸਰੰਜਾਮ ਲਾਗ, ਸਾਨੂੰ ਹੁਕਮ ਹੈ ਨਾ ਭਾਈ, ਤੂੰ ਵੀ ਆਪਣੇ ਕਿਸੇ ਅੰਜਾਮ ਤੱਕ ਪਹੁੰਚਣ ਵਾਸਤੇ ਕਿਸੇ ਆਹਰ ਲੱਗ। ਸਰੰਜਾਮ ਲਾਗ ਭਵਜਲ ਤਰਨ ਕੈ, ਸੰਸਾਰ ਤੋਂ ਪਾਰ ਉਤਰਨ ਦਾ ਕੋਈ ਪ੍ਰਬੰਧ ਕਰ। ਅਸੀਂ ਕਹਾਂਗੇ ਅਸੀਂ ਤੇ ਬਾਹਰ ਬੜੇ ਆਹਰ ਕਰਦੇ ਹਾਂ, ਦੇਖੋ ਜੀ, ਘਰ ਪਰਿਵਾਰ ਸੰਸਾਰ ਲਈ। ਤੇ ਮਹਾਰਾਜ ਕਹਿੰਦੇ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਦੁਨੀਆ ਦੇ ਆਹਰ ਧੰਦੇ ਓੜ ਪੋੜ ਤਾਂ ਬਹੁਤ ਕਰਦੇ ਆ। ਇੱਕ ਧੰਦਾ, ਇੱਕ ਆਹਰ ਉਹ ਹੈ ਜਿਹਨੂੰ ਸਿੱਕੇ ਨੇ ਪਰਮੇਸ਼ਰ ਦਾ ਨਾਮ ਜਪਣਾ, ਜਿਹਨੂੰ ਕਾਰ ਧੁਰ ਕੀ ਕਰਨੀ। ਧੁਰ ਦਰਗਾਹ ਤੋਂ ਸਾਨੂੰ ਕਿਰਤਕਾਰ ਮਿਲੀ, ਭਾਈ ਸਿਮਰਨ ਕਰੋ। ਜਿਹਨੂੰ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਬਹੁਤ ਸੁੰਦਰ ਤਰੀਕੇ ਨਾਲ ਸਾਨੂੰ ਜੋੜ ਕੇ ਦੱਸਿਆ, ਕਿਰਤ ਕਰੋ ਜੋ ਸੰਸਾਰ ਵਾਸਤੇ ਹੈ। ਇਸੇ ਕਰਕੇ ਇਸ ਕਿਰਤ ਨੂੰ ਮਹਾਰਾਜ ਨੇ ਪਹਿਲੇ ਥਾਂ 'ਤੇ ਰੱਖਤਾ, ਕਿਉਂਕਿ ਅਸੀਂ ਤੁਸੀਂ ਸੰਸਾਰ ਦੇ ਸਧਾਰਨ ਜੀ ਸੰਸਾਰ ਦੀ ਭੁੱਖ ਨੂੰ ਬਹੁਤਾ ਛੇਤੀ ਜਾਣਦੇ ਸਮਝਦੇ ਆ, ਜਾਂ ਇਹਦਾ ਪ੍ਰਭਾਵ ਸਾਡੇ 'ਤੇ ਜ਼ਿਆਦਾ ਹੈ। ਮਹਾਰਾਜ ਨੇ ਕਿਰਤ ਨੂੰ ਅੱਗੇ ਰੱਖਤਾ, ਕਿਰਤ ਕਰੋ। ਹੋਰ ਕੀ ਕਰੀਏ? ਕਹਿਣ ਲੱਗੇ ਨਾਮ ਜਪੋ। ਬਸ ਅਸੀਂ ਇੱਦਾਂ ਹੀ ਪੁੱਛਦੇ ਨਾ, ਭਾਈ ਕੀ ਕਰਦੇ ਹੋ? ਅਗਲਾ ਆਪਣਾ ਕੰਮ ਦੇ ਬਾਰੇ ਦੱਸ ਦਿੰਦਾ, ਕਰਦੇ ਹਾਂ ਜੀ। ਗੁਰੂ ਨਾਨਕ ਪੁੱਛਦੇ ਨੇ, ਤੂੰ ਕਿਰਤ ਕਰਦਾ ਹੈ? ਅਗਲਾ ਕਹਿੰਦਾ ਜੀ ਹਾਂ ਕਰਦਾ। ਕੀ ਕਰਦਾ ਹੈ? ਅਗਲਾ ਦੱਸ ਸਕਦਾ ਹੈ ਵੀ ਮੈਂ ਆਹ ਕੰਮ ਕਰਦਾ। ਮਹਾਰਾਜ ਕਹਿੰਦੇ ਹੋਰ ਕੀ ਕਰਦੇ ਹੋ? ਹੋਰ ਤੇ ਕਿਸੇ ਖੜ੍ਹੇ ਹਾਂ, ਕੀ ਕਰਦੇ? ਬਸ ਕਿਰਤ ਕਰਦੇ ਹਾਂ। ਕੋਈ ਕਹਿੰਦਾ ਜੀ ਖੇਤੀ ਕਰ ਲੈਣਾ, ਜੀ ਵਪਾਰ ਕਰ ਲੈਨੇ, ਜੀ ਨੌਕਰੀ ਕਰ ਲੈਨੇ ਆ। ਹੋਰ ਕੀ ਕਰਦੇ ਹੋ? ਹੋਰ ਦਾ ਪਤਾ ਨਹੀਂ ਕੀ ਕਰਨਾ ਚਾਹੀਦਾ। ਮਹਾਰਾਜ ਕਹਿਣ ਲੱਗੇ ਕਿਰਤ ਕਰਦੇ ਆ, ਖੇਤੀ ਵਪਾਰ ਨੌਕਰੀ ਚਾਕਰੀ ਜੋ ਵੀ ਕਰਦੇ ਹੋ ਉਹ ਕਰਦੇ ਆ, ਨਾਮ ਜਪਿਆ ਕਰੋ। ਇਹ ਜ਼ਰੂਰ ਕਰ ਲਿਆ ਕਰੋ। ਇਹ 'ਤੇ ਕੋਈ ਰੋਕ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ, ਕੋਈ ਡਰ ਨਹੀਂ ਹੈ, ਅਤੇ ਕੋਈ ਟੈਕਸ ਨਹੀਂ ਹੈ। ਵੱਧ ਕਰੋ ਘੱਟ ਕਰੋ, ਕੋਈ ਪੁੱਛਣ ਵਾਲਾ ਨਹੀਂ, ਤੁਸੀਂ ਆਪ ਹੀ ਮਾਲਕ ਹੋ। ਇਸ ਕਿਰਤ ਦੇ ਖੁਦ ਮਾਲਕ ਹੋ। ਬਾਕੀ ਸਾਰੀਆਂ ਕਿਰਤਾਂ ਦੇ ਜਵਾਬਦੇਹ ਹਾਂ, ਕਿਸੇ ਦੇ ਆਪਣੇ ਮਾਲਕਾਂ ਨੂੰ, ਕਿਸੇ ਦੇ ਪਰਿਵਾਰ ਨੂੰ, ਕਿਸੇ ਦੇ ਸਮਾਜ ਨੂੰ। ਪਰ ਇਹ ਇੱਕ ਕਿਰਤ ਐਸੀ ਹੈ ਆਹ ਦੁਨੀਆ ਦੇ ਵਿੱਚ ਜਿਸ ਦਾ ਅਸੀਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਵੀ ਕਿਤਨਾ ਨਾਮ ਜਪਿਆ ਹੀ। ਦੁਨੀਆ ਦਾ ਕੋਈ ਬੰਦਾ ਸਾਡੇ ਤੋਂ ਪੁੱਛਣ ਦਾ ਹੱਕ ਨਹੀਂ ਰੱਖਦਾ। ਪਰ ਸੱਚ ਚਰਣਾ ਇਹ ਕਿਰਤ ਕੈਸੀ ਹੈ ਜਿਸ ਦਾ ਜਵਾਬ ਹਰ ਇੱਕ ਨੂੰ ਦੇਣਾ ਪੈਣਾ। ਹਰ ਇੱਕ ਨੂੰ ਦੇਣਾ ਪੈਣਾ, ਪੁੱਛਣਾ ਹੈ।
ਜਦੋਂ ਸਾਡਾ ਆ ਸਰੀਰ ਛੁੱਟ ਜਾਏਗਾ ਤੇ ਸਾਡੇ ਸਾਰਿਆਂ ਤੋਂ ਪੁੱਛਿਆ ਜਾਏਗਾ ਕਿਤਨਾ ਨਾਮ ਜਪਿਆ ਈ। इतने साल 70-80 साल 90 साल 100 साल धरती ते रहे हैं, कितना खटिया, क्या तैं खटिया, कहाँ गवाया, ये हर एक तो पुछिया जाने। इस करके ये कर सकीए, ज्यों ज्यों ये ख्याल अंदर गहरे उतरन, जिथे किते किसी अटक जाने, फिर वो इन्हां ख्यालां नूं प्रगट करके स्पष्ट कर देंदे ने लड़ीवार विचार विच। ਅਸੀਂ ਤੁਸੀਂ ਚूँकि ਸੰਸਾਰ ਦੇ ਕਿਰਤਾਂ ਦੇ ਵਿੱਚ ਜੁੜੇ ਹਾਂ, ਅਸੀਂ ਸੰਸਾਰੀ ਹਾਂ, ਅਤੇ ਸੰਸਾਰ ਦਾ ਦੂਸਰਾ ਸਰੂਪ ਹੁੰਦਾ ਆਕਾਰ, ਜੋ ਦਿਸਦਾ ਹੈ ਉਸੇ ਨੂੰ ਸੰਸਾਰ ਦਾ ਹਿੱਸਾ ਮੰਨਦੇ ਆ ਨਾ। ਜੋ ਪਦਾਰਥ ਜਾਂ ਜੋ ਕੁਛ ਵੀ ਸਾਨੂੰ ਦਿਸਦਾ ਨਹੀਂ ਹੈ, ਅਸੀਂ ਉਹਦੀ ਵਿਆਖਿਆ ਵੀ ਨਹੀਂ ਕਰ ਪਾਉਂਦੇ, ਉਹਦੀ ਗੱਲ ਵੀ ਨਹੀਂ ਕਰ ਪਾਉਂਦੇ। ਇਸੇ ਕਰਕੇ ਅੱਜ ਦਾ ਵਚਨ ਤੇ ਸਮਝਣਾ, ਭੈ ਵਿੱਚ ਸਭ ਆਕਾਰ ਹੈ। ਜਿਤਨਾ ਵੀ ਆਕਾਰ ਬਣਾਇਆ, ਤੇ ਆਕਾਰ ਦਾ ਮਤਲਬ ਹੈ ਜੋ ਇਹਨਾਂ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ, ਨਾਪਿਆ ਤੋਲਿਆ ਜਾ ਸਕਦਾ ਹੈ, ਆਕਾਰ ਹੀ ਹੈ ਨਾ। ਹਾਲਾਂਕਿ ਸਿਆਣੇ ਮੰਨਦੇ ਨੇ ਸੰਸਾਰ ਦੇ ਦੋ ਪੱਖ ਹੁੰਦੇ ਨੇ, ਦ੍ਰਿਸ਼ ਤੇ ਅਦ੍ਰਿਸ਼, ਦਿਸਦਾ ਤੇ ਅਣਦਿਸਦਾ। ਸੰਸਾਰ ਦਾ ਇੱਕ ਪੱਖ ਦਿਸਦਾ ਹੈ, ਇੱਕ ਪੱਖ ਨਹੀਂ ਦਿਸਦਾ। ਸਾਡੇ ਤੁਹਾਡੇ ਵੀ ਦੋਨਾਂ ਹਿੱਸਿਆਂ 'ਚ ਅਸੀਂ ਵਿਚਰਦੇ ਹਾਂ। ਸਾਡਾ ਵੀ ਇੱਕ ਪੱਖ ਦਿਸਦਾ ਹੈ, ਇੱਕ ਪੱਖ ਨਹੀਂ ਦਿਸਦਾ। ਸਾਡਾ ਸਰੀਰ ਦਿਸਦਾ ਹੈ, ਨਾ ਕਿਸੇ ਨੇ ਆਪਣਾ ਕਿਸੇ ਦਾ ਅਜੇ ਤੱਕ ਮਨ ਵੇਖਿਆ, ਨਾ ਸਾਡਾ ਕਿਸੇ ਨੇ ਆਪਣਾ ਤੇ ਕਿਸੇ ਦਾ ਆਤਮਾ ਵੇਖਿਆ, ਪਰ ਜੀਵਨ ਸਾਰਾ ਮਨ ਤੇ ਆਤਮਾ ਕਰਕੇ ਤੇ ਚੱਲਦਾ। ਹੰਡਾਉਂਦੇ ਪਦਾਰਥਾਂ ਨੂੰ ਆ। ਇਸ ਕਰਕੇ ਜਿਤਨੇ ਪਦਾਰਥ ਨੇ, ਜਿਤਨੇ ਆਕਾਰ ਨਾਲ ਸੰਬੰਧਿਤ ਨੇ, ਇਹ ਸਾਰੇ ਭੈ ਵਿੱਚ ਨੇ। ਭੈ ਵਿੱਚ ਪੁੱਛੀਏ ਕਿਉਂ ਵੀ ਆਕਾਰ ਨੂੰ ਕਾਹਦਾ ਭੈ ਹੈ? ਭੈ ਤੇ ਮਨ ਨੂੰ ਹੁੰਦਾ ਹੈ ਨਾ। ਭੈ ਤੇ ਸਾਨੂੰ ਮਨ ਕਰਕੇ ਹੋਏਗਾ। ਯਾਦ ਰੱਖਣਾ, ਆਕਾਰ ਨੂੰ ਸਭ ਦਾ ਭੈ ਇਸ ਕਰਕੇ ਹੈ ਕਿ ਜੋ ਵੀ ਆਕਾਰ ਬਣਦਾ ਹੈ ਨਾ, ਉਹਦਾ ਵਿਨਾਸ਼ ਹੋ ਜਾਂਦਾ ਹੈ। ਕਿਉਂਕਿ ਮਹਾਰਾਜ ਦਾ ਇੱਕ ਕਟਲ ਸੂਤਰ ਹੈ, ਅਸੀਂ ਗੁਰਬਾਣੀ ਪੜ੍ਹਦੇ ਪੜ੍ਹਿਆ, ਜੋ ਦੀਸੈ ਸੋ ਸਗਲ ਵਿਨਾਸ਼ ਹੈ। ਦਿਸਦੇ ਹੋਏ ਪਦਾਰਥ ਨੂੰ ਜੋ ਆਕਾਰ ਧਾਰਨ ਕਰ ਚੁੱਕਾ ਹੈ, ਉਸ ਨੂੰ ਆਪਣੇ ਵਿਨਾਸ਼ ਦਾ ਭੈ ਹੈ। ਆ ਸਾਰਾ ਪਦਾਰਥ, ਸਾਰਾ ਸੰਸਾਰ ਜੋ ਆਕਾਰ ਹੈ, ਦ੍ਰਿਸ਼ਟਮਾਨ ਹੈ, ਭੈ ਵਿੱਚ ਹੈ। ਇਸੇ ਰਹੱਸਵਾਦ ਨੂੰ ਕਿਤੇ ਵੇਖਣਾ ਹੋਵੇ, ਭੈ ਵਿੱਚ ਸੂਰਜ, ਭੈ ਵਿੱਚ ਚੰਦ ਹੈ। ਇਹ ਨਦੀਆਂ, ਪੌਣ, ਪਾਣੀ, ਅੱਗ ਜੋ ਦੇਖੇ ਜਾਂਦੇ ਨੇ, ਸਭ ਭੈ ਵਿੱਚ ਚੱਲਦੇ ਨੇ। ਤੇ ਪੁੱਛਿਆ ਜੀ ਨਿਰਭਉ ਕੋਈ ਹੈ? ਕਹਿਣ ਲੱਗੇ ਹਾਂ, ਨਿਰਭਉ ਵੀ ਹੈ। ਕੌਣ ਹੈ ਜੀ? ਨਿਰਭਉ ਹਰ ਜੀਉ ਸੋਏ, ਉਹ ਵਾਹਿਗੁਰੂ ਹੀ ਨਿਰਭਉ ਹੈ, ਕਿਉਂਕਿ ਉਹਨੂੰ ਨਿਰੰਕਾਰ ਕਿਹਾ ਗਿਆ। ਬਾਕੀ ਸੰਸਾਰ ਦਾ ਆਕਾਰ ਹੈ ਨਾ, ਇਸ ਨੂੰ ਵੇਖਿਆ, ਵਿਚਾਰਿਆ, ਸਮਝਿਆ ਜਾ ਸਕਦਾ। ਜੋ ਸਾਡੀ ਗਿਆਨ ਮਤ ਬੁੱਧੀ ਦੇ ਨਾਲ ਸਮਝਿਆ ਜਾਂਦਾ, ਉਹ ਆਕਾਰ ਦੇ ਦਾਇਰੇ 'ਚ ਆਉਂਦਾ ਹੈ। ਅਸੀਂ ਦੇਖ ਸਕਦੇ ਹਾਂ, ਸੋਚ ਸਕਦੇ ਹਾਂ, ਨਾਪ ਸਕਦੇ ਹਾਂ। ਆ ਹਵਾ ਨੂੰ ਅਸੀਂ ਦੇਖ ਨਹੀਂ ਸਕਦੇ, ਪਰ ਸਿਆਣੇ ਹਵਾ ਨੂੰ ਤੋਲਦੇ ਤੇ ਹੈਗੇ ਨਾ। ਹਵਾ ਦਾ ਮੁੱਲ ਪੈਂਦਾ ਹੈ। ਆ ਜਿਤਨੀਆਂ ਗੈਸ ਨੇ ਅਸੀਂ ਤੋਲ ਕੇ ਲੈਂਦੇ ਹਾਂ, ਹਵਾ ਦਾ ਹੀ ਪੱਖ ਨਹੀਂ ਨਾ ਸਾਰੇ। ਆ ਇੰਨੇ ਹਾਲ ਵਿੱਚ ਕਿਤਨੀ ਹਵਾ ਹੋ ਸਕਦੀ ਹੈ, ਸਿਆਣੇ ਵਿਗਿਆਨਕਾਂ ਦੇ ਕੋਲ ਪੈਰਾਮੀਟਰ ਹੈ, ਤੋਲ ਕੇ ਦੱਸ ਦੇਣਗੇ ਇਤਨਾ ਘਨ ਮੀਟਰ ਇਤਨੀ ਹਵਾ ਹੈ, ਕਿਉਂਕਿ ਇਹਨੂੰ ਤੋਲਿਆ ਜਾ ਚੁੱਕਾ ਹੈ। ਇਸ ਕਰਕੇ ਵੀ ਆਕਾਰ ਵਿੱਚ ਹੈ। ਪੌਣ, ਪਾਣੀ, ਪੰਜ ਤੱਤ ਦੇ ਤੱਤ, ਇਹਨਾਂ 'ਚੋਂ ਸ਼ਬਦ ਹੀ ਹੈ ਜੋ ਇਸ ਦੇ ਦਾਇਰੇ ਵਿੱਚ ਨਹੀਂ ਆਉਂਦਾ। ਇਸੇ ਕਰਕੇ ਉਹਨੂੰ ਵਿਨਾਸ਼ ਦਾ ਡਰ ਨਹੀਂ ਹੈ। ਜਿਤਨਾ ਵੀ ਆਕਾਰ ਨਾਲ ਸੰਬੰਧਿਤ ਪਦਾਰਥ ਹੈ, ਤੇ ਪਦਾਰਥ ਨਾਲ ਸੰਬੰਧਿਤ ਅਸੀਂ ਤੁਸੀਂ ਹਾਂ। ਇਸ ਕਰਕੇ ਭੈਭੀਤ ਹਾਂ, ਪੈਮਾਨ ਹਾਂ। ਕਦੇ ਆਪਣੇ ਹਿਰਦੇ ਵੱਲ ਝਾਕ ਕੇ ਦੇਖੀ, ਸਾਨੂੰ ਡਰ ਕਾਹਦਾ ਹੈ? ਅੱਜ ਤੱਕ ਸਾਡੇ 'ਚੋਂ ਕੀ ਕਿਸੇ ਨੂੰ ਇਹ ਵੀ ਡਰ ਆਇਆ ਕਿ ਮੇਰਾ ਮਨ ਮਰ ਜਾਏਗਾ? ਨਹੀਂ, ਇਹ ਡਰ ਨਹੀਂ ਆਉਂਦਾ, ਕਿਉਂਕਿ ਚਿੰਤਨ 'ਚ ਨਹੀਂ, ਖਿਆਲ 'ਚ ਨਹੀਂ, ਸਗੋਂ ਗਹਿਨ ਚਿੰਤਨ ਜਿਉਂ ਪ੍ਰਵੇਸ਼ ਕਰੇਗਾ, ਜਿਹਨੂੰ ਆਤਮਿਕ ਮੰਡਲ ਜਾਂ ਰੂਹਾਨੀ ਮੰਡਲ ਆਪਾਂ ਕਹਿ ਦੇਨੇ ਹਾਂ, ਜਿਉਂ-ਜਿਉਂ ਰੂਹਾਨੀ ਮੰਡਲ 'ਚ ਪ੍ਰਵੇਸ਼ ਹੋਏਗਾ,
ਤੇ ਮਨ ਮਰਨ ਦੀ ਗੱਲ ਚੱਲੇਗੀ, ਉਹਨਾਂ ਖੇੜਾ ਵਧੇਗਾ, ਉਹਨਾਂ ਜ਼ਿਆਦਾ ਖੁਸ਼ ਹੋਏਗਾ ਵੀ ਹਾਂ ਹੁਣ ਤੇ ਮਨ ਮਰ ਗਿਆ ਪੂਰੀ ਤਰ੍ਹਾਂ, ਹੁਣ ਤੇ ਹੋਰ ਆਨੰਦ ਹੈ। ਕਿਉਂਕਿ ਜਿੰਨਾ ਚਿਰ ਮਨ ਜੀਵਿਤ ਰਹੇਗਾ, ਮਨ ਚੇਤਨ ਰਹੇਗਾ, ਇਹ ਕਿਤੇ ਨਾ ਕਿਤੇ ਕਲੇਸ਼ ਪਾਈ ਰੱਖੇਗਾ। ਇਸ ਕਰਕੇ ਰੂਹਾਨੀ ਜੀਵਨ, ਆਦਰਸ਼ ਜੀਵਨ ਵਿੱਚ ਤੇ ਮਨ ਦੀ ਮੌਤ ਆਨੰਦਦਾਇਕ ਹੈ, ਜਿਹਨੂੰ ਕਹਿੰਦੇ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮਨ ਮਰਦਾ ਹੈ ਤੇ ਪੂਰਨ ਪਰਮਾਨੰਦ ਪ੍ਰਾਪਤ ਹੁੰਦਾ ਹੈ, ਪਰਮਾਤਮਾ ਨਾਲ ਸਾਖਿਆਤਕਾਰ ਹੋ ਜਾਂਦਾ ਹੈ। ਪਰ ਆਕਾਰ ਵਿੱਚ ਡਰ ਕਾਹਦਾ ਹੈ? ਮੇਰਾ ਸਰੀਰ ਨਾ ਮਰ ਜਾਏ, ਜਿਹਨੂੰ ਅਸੀਂ ਕਦੇ ਕਿਤੇ ਮੈਂ ਨਾ ਮਰ ਜਾਵਾਂ, ਇਹ ਸਾਡਾ ਸਾਧਾਰਨ ਬੋਲ ਹੈ। ਪਰ ਸਮਝ ਵਾਲੇ ਜਾਣਦੇ ਨੇ ਜਦੋਂ ਕਹਿੰਦਾ ਕਿ ਮੈਂ ਨਾ ਮਰਾਂ, ਇਹਦਾ ਮਤਲਬ ਮੇਰਾ ਸਰੀਰ ਨਾ ਮਰੇ। ਅੱਜ ਸਾਨੂੰ ਇਸੇ ਦਾ ਡਰ ਹੁੰਦਾ ਨਾ, ਕਿਤੇ ਸਰੀਰ 'ਤੇ ਸੱਟ ਨਾ ਲੱਗ ਜਾਏ, ਅੱਗ ਲੱਗਦੀ ਤੇ ਸਰੀਰ ਨਾ ਸੜ ਜਾਏ। ਕਿਉਂਕਿ ਸਾਨੂੰ ਪਤਾ ਹੈ ਕਿ ਸੱਟ ਮਨ 'ਤੇ ਨਹੀਂ ਲੱਗਦੀ, ਸੱਟ ਸਰੀਰਾਂ 'ਤੇ ਲੱਗਦੀ ਹੈ। ਇਹ ਗੱਲ ਹੌਲੀ ਹੌਲੀ ਸਾਡੇ ਚੇਤਨ 'ਚ ਆ ਜਾਏ ਕਿ ਜਿਤਨਾ ਵੀ ਦ੍ਰਿਸ਼ਮਾਨ ਸੰਸਾਰ ਹੈ, ਮਹਾਰਾਜ ਦੇ ਨਜ਼ਰੀਏ ਮੁਤਾਬਕ ਇਹ ਮਿਥੇਨਾ ਹੈ, ਦ੍ਰਿਸ਼ਟਮਾਨ ਹੈ ਸਗਲ ਮਿਥੇਨਾ। ਔਰ ਇੱਕ ਥਾਂ ਵੀ ਬਚਨ ਹੈ, ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਉਤਪੰਨ ਹੋਇਆ, ਤੇ ਉਤਪੰਨ ਕੀ ਹੁੰਦਾ ਹੈ? ਆਕਾਰ। ਆਕਾਰ ਹੀ ਸਮੇਂ ਦੇ ਨਾਲ ਬਣਦੇ ਨੇ ਨਾ। ਅੱਜ ਜਿਨ੍ਹਾਂ ਨੇ ਇਤਿਹਾਸ ਅਤੇ ਭੂਗੋਲ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੈ, ਉਹ ਜਾਣਦੇ ਨੇ ਸਮੇਂ ਦੇ ਨਾਲ ਧਰਤੀ ਦੇ ਨਕਸ਼ੇ ਬਦਲਦੇ ਰਹਿੰਦੇ ਨੇ। ਅੱਜ ਜਿਹਨੂੰ ਅੱਜ ਅਸੀਂ ਆਪਣਾ ਭਾਰਤ ਖੰਡ ਕਹਿੰਦੇ ਹਾਂ, ਇਹਦੇ ਵੀ ਕਦੇ ਕਈ ਖੰਡ ਸਨ। ਸਿਆਣੇ ਤੇ ਮੰਨਦੇ ਨੇ ਕਿ ਬਹੁਤ ਸਾਰੇ ਧਰਤੀ ਦੇ ਟੁਕੜੇ ਕਦੇ ਇਕੱਠੇ ਸਨ। ਵੈਸਟ ਇੰਡੀਜ਼ ਅਤੇ ਅਫਰੀਕਾ ਅਤੇ ਅਮਰੀਕਾ ਦੇ ਕੁਝ ਹਿੱਸੇ ਆਪਸ ਵਿੱਚ ਮਿਲੇ ਹੋਏ ਸਨ, ਪਰ ਸਮੇਂ ਦੇ ਨਾਲ ਸਭ ਅਲੱਗ-ਅਲੱਗ ਹੋ ਗਏ। ਔਰ ਆਉਣ ਵਾਲੇ ਸਮੇਂ 'ਚ ਹੋਰ ਕੁਛ ਬਦਲਾਅ ਨਿਰੰਤਰ ਜਾਰੀ ਰਹਿਣੇ ਆ। ਦੁਆਰਕਾਪੁਰੀ, ਜਿਸ ਦਾ ਜ਼ਿਕਰ ਸਾਡੇ ਨੇੜਲੇ ਇਤਿਹਾਸ ਬਹੁਤ ਹੈ, ਅੱਜ ਸਾਡੇ ਕੋਲ ਦਰਸ਼ਨ ਮਾਤਰ ਵਿੱਚ ਨਹੀਂ ਹੈ। ਹੋਰ ਤੇ ਹੋਰ ਬੜੀ ਦੂਰ ਜਾਣਾ, ਇਹ ਤਾਂ ਫਿਰ ਵੀ ਯੁਗਾਂਤਰਾਂ ਦੀ ਗੱਲ ਹੋਏਗੀ। ਧਨੁਸ਼ਕੋਟੀ ਨਾਮ ਦਾ ਇੱਕ ਸ਼ਹਿਰ 1960 ਤੱਕ ਹੈਗਾ ਸੀ, ਪਰ 1965 ਵਿੱਚ ਸ਼ਹਿਰ ਗਰਕ ਹੋ ਗਿਆ। ਬਹੁਤੀ ਦੂਰ ਨੇ, ਰਾਮੇਸ਼ਵਰਮ ਦੇ ਨੇੜੇ ਕਦੇ ਜਾਣਾ। ਅੱਜ ਉੱਥੇ ਰੇਲਵੇਜ਼ ਦੇ ਖੰਡਹਰ ਨੇ, ਸਕੂਲ ਕਾਲਜ ਦੇ ਖੰਡਹਰ ਹੈਗੇ ਨੇ, ਪਰ ਸਮੁੰਦਰ ਦੋਜ਼ ਨੇ, ਸਮੁੰਦਰ ਦੇ ਅਧੀਨ ਨੇ। ਸਮੁੰਦਰ ਦਾ ਪਾਣੀ ਉਤਰਦਾ ਹੈ ਅਤੇ ਰੇਲਵੇ ਦੇ ਪਿਲਰਸ ਖੜ੍ਹੇ ਨਜ਼ਰ ਆਉਂਦੇ ਨੇ, ਸਕੂਲ ਦੇ ਪਿਲਰ ਖੜ੍ਹੇ ਨਜ਼ਰ ਆਉਂਦੇ ਨੇ। ਪਾਣੀ ਚੜ੍ਹ ਜਾਂਦਾ ਹੈ ਅਤੇ ਸਭ ਕੁਝ ਖਤਮ ਹੋ ਜਾਂਦਾ ਹੈ। ਔਰ ਮੈਂ ਅੱਖੀਂ ਦੇਖਿਆ, ਉੱਥੋਂ ਦੇ ਰੇਲਵੇ ਸਟੇਸ਼ਨ ਦੇ ਪਿਲਰ 'ਤੇ ਨਾਮ ਤੱਕ ਲਿਖੇ ਹੋਏ ਨੇ, ਕਿੰਨੀ ਸਾਲ 'ਚ ਕੀ ਕੁਝ ਬਣਿਆ। ਪਰ ਅੱਜ ਉਹ ਸਾਡੇ ਕੋਲ ਨਹੀਂ। ਰੇਲਵੇ ਲਾਈਨ ਦੀ ਟਰੈਕ ਦੇ ਪਿਲਰਸ ਬਣੇ ਹੋਏ ਨੇ, ਪਰ ਸਰ ਸਮੁੰਦਰ ਨਿਕਲ ਗਿਆ ਹੈ। ਇਹ ਕਦੇ ਸੀ, ਵੇਖਿਆ ਲੋਕਾਂ ਨੇ, ਪਰ ਅੱਜ ਨਹੀਂ ਹੈ। ਸੰਸਾਰ ਦਾ ਨਕਸ਼ਾ ਜੋ ਦ੍ਰਿਸ਼ਟਮਾਨ ਹੈ, ਬਦਲਦਾ ਰਹਿੰਦਾ ਹੈ। ਅਤੇ ਇਹਦਾ ਮਤਲਬ ਹੈ ਜੇ ਉਹ ਸਾਡੇ ਨੇੜਿਓਂ, ਸਾਡੇ ਵਡੇਰਿਆਂ ਦੇ ਵਹਿੰਦਿਆਂ ਵਹਿੰਦਿਆਂ, ਸਾਡਾ ਕਹਿੰਦਾ ਕਹਾਉਂਦਾ ਇੱਕ ਸ਼ਹਿਰ, ਸਾਡਾ ਇੱਕ ਰੇਲਵੇ ਸਟੇਸ਼ਨ, ਹੌਸਪੀਟਲ, ਕਾਲਜ, 10,000 ਦੇ ਆਸ-ਪਾਸ ਦਾ ਘਰ, ਇੱਕ ਪਲਕ ਦੇ ਵਿੱਚ, ਇੱਕ ਝਟਕੇ ਦੇ ਵਿੱਚ ਸਮੁੰਦਰ ਨੇ ਆਪਣੇ ਆਗੋਸ਼ ਵਿੱਚ ਲੈ ਲਿਆ। ਅਤੇ ਬਾਕੀ ਵੀ ਤਾਂ ਪਤਾ ਨਹੀਂ ਨਾ। ਸੁਨਾਮੀਆਂ ਕਿਤੇ 2-4 ਵਾਰ ਹੋਰ ਆ ਗਈਆਂ, ਅਤੇ ਪਤਾ ਨਹੀਂ ਕੀ ਕੁਝ ਬਦਲਾਵ ਕਰ ਦੇਣਗੀਆਂ। ਇਹ ਸਭ ਦ੍ਰਿਸ਼ਮਾਨ ਨੂੰ ਮਿਥੇਨਾ ਕਰਾਰ ਦਿੰਦੀਆਂ ਨੇ। ਇਸੇ ਦਾ ਭੈ ਹੈ ਸਾਡੇ ਸੰਸਾਰ ਵਿੱਚ ਕਿ ਕਿਤੇ ਗਰਕ ਨਾ ਹੋ ਜਾਈਏ। ਜਿੱਥੇ ਵੀ ਕੋਈ ਜੀਅ ਨਿਰਭਉ ਪਦਵੀ 'ਤੇ ਪਹੁੰਚ ਜਾਏ, ਉਹੀ ਪਰਮਾਤਮਾ ਨਾਲ ਜੁੜਦਾ ਹੈ। ਪਰਮਾਤਮਾ ਜੁੜਦਾ ਅਤੇ ਨਿਰਭਉ ਪਦਵੀ ਮਿਲਦੀ ਹੈ। ਸਾਰਾ ਸੰਸਾਰ ਪੈਮਾਨ ਹੈ, ਮ੍ਰਿਤਿੂ ਤੋਂ, ਵਿਨਾਸ਼ ਤੋਂ, ਗਰਕ ਹੋ ਜਾਣ ਤੋਂ। ਪਰ ਇੱਕ ਹੈ ਜਿਸ ਨੂੰ ਕੋਈ ਭੈ ਨਹੀਂ, ਕਿਉਂਕਿ ਉਹ ਆਕਾਰ ਤੋਂ ਉੱਚਾ ਉੱਠ ਜਾਂਦਾ ਹੈ। ਉਹ ਆਕਾਰ ਦੇ ਵਿੱਚ ਰਹਿੰਦਾ ਹੈ, ਸਰੀਰ ਵਿੱਚ ਰਹਿੰਦਾ ਹੈ, ਪਰ ਹੁਣ ਉਸ ਨੂੰ ਮਰਨ ਦਾ ਡਰ ਨਹੀਂ ਹੈ। ਇਸੇ ਕਰਕੇ ਜਿਨ ਸੰਤ ਭਗਤ ਕਹਿੰਦੇ ਆ, ਸ਼ਹੀਦ ਕਹਿੰਦੇ ਆ, ਉਹ ਉਹੀ ਨੇ ਜਿਹੜੇ ਸੰਸਾਰ ਦੇ ਵਿੱਚ ਰਹਿੰਦੇ ਨੇ, ਵਿਚਰਦੇ ਨੇ, ਆਪਣੇ ਆਦਰਸ਼ਾਂ 'ਤੇ, ਆਪਣੇ ਵਿਜ਼ਨ 'ਤੇ, ਆਪਣੇ ਸੰਕਲਪਾਂ 'ਤੇ ਟਿਕੇ ਰਹਿੰਦੇ ਨੇ। ਸੰਸਾਰ ਦੇ ਲੋਕ ਉਹਨਾਂ ਦੇ ਅੱਗੇ ਤਮਾਮ ਪ੍ਰਕਾਰ ਦੇ ਡਰ, ਲਾਲਚ, ਧੋਖੇ ਬਹੁਤ ਕੁਝ ਲੈ ਕੇ ਆਉਂਦੇ ਨੇ। ਆਹ ਲੈ ਲਓ ਨਹੀਂ ਤਾਂ ਬਦਲ ਜਾਏਗਾ, ਆਹ ਲੈ ਲਓ ਮਾਰ ਦਿਆਂਗੇ। ਉਹ ਕਹਿੰਦੇ ਤੁਸੀਂ ਤਾਂ ਮਾਰ ਹੀ ਨਹੀਂ ਸਕਦੇ। ਨਤੀਜਾ ਕੀ ਹੈ? ਲੋਕ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਮਾਰਦੇ ਕਿਹਨੂੰ ਨੇ? ਦੇਖਣਹਾਰੇ ਸਰੀਰ ਨੂੰ। ਸਾਡੇ ਘਰ ਵਿੱਚ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੀ ਹਯਾਤੀ ਵਿੱਚ ਇਹ ਸ਼ਹੀਦ ਹੋਇਆ ਨਾ ਭਾਈ ਤਾਰਾ। ਉਹਨੂੰ ਪਹਿਲਾਂ ਪਕੜਿਆ ਬਾਬਰ ਦੀ ਫੌਜ ਨੇ, ਡਾਂਟ ਡਪਟ ਕੇ ਛੱਡ ਦਿੱਤਾ।
ਉਹ ਫਿਰ ਅੱਗ ਬੁਝਾਉਣ ਤੁਰ ਪਿਆ। ਉਹਨੂੰ ਫਿਰ ਪਕੜ ਲਿਆ। ਉਹਨੂੰ ਕਹਿੰਦੇ ਤੈਨੂੰ ਡਰ ਨਹੀਂ ਆਉਂਦਾ? ਬਾਬਰ ਦੀ ਫੌਜ ਦਾ, ਬਾਬਰ ਦੀ ਲਗਾਈ ਹੋਈ ਅੱਗ ਦਾ ਤੈਨੂੰ ਡਰ ਨਹੀਂ ਆਉਂਦਾ? ਕਹਿਣ ਲੱਗਾ ਨਹੀਂ ਆਉਂਦਾ। ਕਿਉਂ? ਕਿਉਂਕਿ ਮੇਰੇ ਬਾਬੇ ਨੇ ਮੈਨੂੰ ਦੱਸ ਦਿੱਤਾ ਹੈ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਨਹੀਂ ਰਹਿੰਦਾ, ਇਹ ਵਿਨਾਸ਼ ਹੋ ਜਾਂਦਾ ਹੈ, ਇਹ ਮੁੱਕ ਹੀ ਜਾਂਦਾ ਹੈ। ਅਤੇ ਜੋ ਮੈਂ ਹਾਂ ਨਾ, ਉਹ ਨਹੀਂ ਮੁੱਕਦਾ ਕਦੇ, ਮੈਂ ਨਹੀਂ ਮਰਦਾ। ਉਹ ਕਹਿਣ ਲੱਗੇ ਬਾਬਾ ਤੇਰਾ ਕੌਣ ਹੈ? ਕਹਿਣ ਲੱਗੇ ਮੇਰਾ ਬਾਬਾ ਨਾਨਕ ਹੈ। ਉਹ ਕਿੱਥੇ ਰਹਿੰਦਾ ਹੈ? ਕਹਿਣ ਲੱਗੇ ਅੱਜ ਕੱਲ੍ਹ ਤਾਂ ਇੱਥੇ ਹੀ ਹੈ, ਬਾਕੀ ਆਪਣੇ ਮੌਜ ਵਿੱਚ ਵਿਚਰਦੇ ਨੇ ਉਹ, ਪਰ ਮੇਰਾ ਬਾਬਾ ਅੱਜ ਕੱਲ੍ਹ ਇੱਥੇ ਹੈ, ਨੇੜੇ ਰਹਿੰਦੇ ਨੇ, ਐਸੇ ਲਾਓ ਲਸ਼ਕਰ ਦੇ ਵਿੱਚ ਹੀ ਕਿਤੇ ਹੋਣੇ ਨੇ। ਪਰ ਬਾਬੇ ਤੱਕ ਪਹੁੰਚ ਤੇ ਬਾਬਰ ਦੀ ਬਾਅਦ ਵਿੱਚ ਬਣੀ। ਪਰ ਬਾਬਰ ਦੇ ਸਿਪਾਹੀਆਂ ਨੇ ਉਸ ਭਾਈ ਤਾਰਾ ਜੀ ਨੂੰ ਬਲਦੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਫਿਰ ਪੜਤਾਲ ਹੋਈ ਵੀ ਉਹ ਨਾਨਕ ਨਾਮ ਦਾ ਕੋਈ ਇੱਥੇ ਹੈ ਸਾਧੂ ਸੰਤ ਜਿਸ ਦੀ ਗੱਲ ਇਹ ਬੰਦਾ ਕਰਦਾ ਸੀ। ਜਦੋਂ ਭੀੜ ਦੇ ਤਲਾਸ਼ ਕੀਤੀ ਤੇ ਪਤਾ ਲੱਗਾ ਉਹਨਾਂ ਕੈਦੀਆਂ ਦੇ ਵਿੱਚ ਨਾਨਕ ਨਾਮ ਦਰਜ ਹੈ, ਕਿਉਂਕਿ ਲੋਕ ਉਦੋਂ ਵੀ ਦਰਜ ਕਰ ਲੈਂਦੇ ਸੀ ਨਾਮ, ਨਾਨਕ ਨਾਮ ਦਰਜ ਹੈ। ਤਲਾਸ਼ ਕੀਤੀ ਤੇ ਨਾਨਕ ਜੀ ਉਹਨਾਂ ਕੈਦੀਆਂ ਵਿੱਚ ਬੈਠੇ ਨੇ। ਨਿਰਭਉ ਉਹ ਨੇ ਜੋ ਪ੍ਰਮਾਤਮਾ ਨਾਲ ਜੁੜ ਗਏ ਨੇ। ਜੈਂਜ ਕਿ ਇਹ ਕੇਵਲ ਪ੍ਰਮਾਤਮਾ ਹੀ ਨਿਰਭਉ ਹੈ, ਅਤੇ ਜਿੱਥੇ ਪ੍ਰਮਾਤਮਾ ਦੀ ਯਾਦ ਪ੍ਰਮਾਤਮਾ ਨਾਲ ਸੰਬੰਧਿਤ ਹੋ ਜਾਂਦੀ ਹੈ, ਉਹ ਦਾਇਰਾ, ਉਹ ਇਲਾਕਾ, ਉਹ ਹਿਰਦਾ ਨਿਰਭਉ ਪਦਵੀ 'ਤੇ ਪਹੁੰਚ ਜਾਂਦਾ ਹੈ। ਭੈ ਵਿੱਚ ਸਭ ਆਕਾਰ ਹੈ, ਸੰਸਾਰ ਸਾਰਾ ਦ੍ਰਿਸ਼ਮਾਨ ਸੰਸਾਰ ਸਾਰਾ ਭੈ ਵਿੱਚ ਹੈ। ਅਤੇ ਨਿਰਭਉ ਹਰਿ ਜੀਉ, ਅਤੇ ਨਿਰਭਉ ਹੈ ਅਤੇ ਪ੍ਰਮਾਤਮਾ। ਇਸੇ ਕਰਕੇ ਸਾਨੂੰ ਇੱਕ ਸੂਤਰ ਦਿੱਤਾ ਹੈ, ਸੰਸਾਰ ਨੂੰ ਜਪਾਂਗੇ ਅਤੇ ਭੈਮਾਨ ਰਹਾਂਗੇ, ਅਤੇ ਨਿਰੰਕਾਰ ਨੂੰ ਜਪਾਂਗੇ ਅਤੇ ਭੈ ਮੁਕਤ ਹੋ ਜਾਵਾਂਗੇ। ਆ ਸੰਸਾਰ ਨੂੰ ਜਪਣ ਵਾਸਤੇ ਅਸੀਂ ਕੀ ਕਰਦੇ ਹਾਂ? ਬਾਰ-ਬਾਰ ਸੰਸਾਰ ਦੀਆਂ ਗੱਲਾਂ, ਸੰਸਾਰ ਦਾ ਚਿੰਤਨ, ਸੰਸਾਰ ਨੂੰ ਯਾਦ, ਸੰਸਾਰ 'ਤੇ ਟੀਕਾ ਟਿੱਪਣੀ, ਇਹ ਸਭ ਸੰਸਾਰ ਦਾ ਜਪ ਹੈ। ਭਗਤ ਕਰਦੇ ਨੇ ਹਰ ਵਕਤ ਨਿਰੰਕਾਰ ਦੀਆਂ ਗੱਲਾਂ, ਨਿਰੰਕਾਰ ਦਾ ਜਪ ਕਰਦੇ, ਨਿਰੰਕਾਰ ਨੂੰ ਚੇਤੇ ਕਰਦੇ, ਨਿਰੰਕਾਰ ਦੀਆਂ ਗੱਲਾਂ ਕਰਦੇ, ਨਿਰੰਕਾਰ ਦੀਆਂ ਸਿਫਤਾਂ ਕਰਦੇ, ਨਤੀਜੇ ਨੂੰ ਭੈ ਤੋਂ ਮੁਕਤ ਹੁੰਦੇ। ਬੜਾ ਪਿਆਰਾ ਬਚਨ ਹੈ, ਆਪਣੇ 'ਤੇ ਪੜ੍ਹਿਆ ਹੋਣਾ, ਨਿਰਭਉ ਜਪੈ ਸਗਲ ਭਉ ਮਿਟੈ। ਜਿਉਂ-ਜਿਉਂ ਅਸੀਂ ਨਿਰਭਉ ਦਾ ਜਾਪ ਕਰ ਲਾਂਗੇ, ਭੈ ਤੋਂ ਮੁਕਤ ਹੋ ਜਾਵਾਂਗੇ। ਇਸੇ ਕਰਕੇ ਸਿਆਣੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੀ ਤੀਸਰੇ ਮਹੱਲਾ ਅਮਰਦਾਸ ਮਹਾਰਾਜ ਕਹਿਣ ਲੱਗੇ, ਸਾਰਾ ਸੰਸਾਰ ਭੈ ਦੇ ਵਿੱਚ ਹੈ, ਉਹ ਵਾਹਿਗੁਰੂ ਹੀ ਜੋ ਨਿਰੰਕਾਰ ਹੈ, ਜਿਸ ਦਾ ਇੱਕ ਸਰੂਪ ਨਿਰਭਉ ਹੈ, ਔਰ ਉਹ ਸਰੂਪ ਸਾਨੂੰ ਮੂਲ ਮੰਤਰ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਦਿੱਤਾ ਹੈ। ਕਹਿਣ ਲੱਗੇ ਬਸ ਉਹ ਵਾਹਿਗੁਰੂ ਹੀ ਨਿਰਭਉ ਹੈ, ਨਿਰਭਉ ਹਰਿ ਜੀਉ ਸੋਏ। ਬਾਕੀ ਸਾਰਾ ਸੰਸਾਰ ਨੂੰ ਵਿਨਾਸ਼ ਦਾ ਡਰ ਹੈ, ਨਿਰੰਕਾਰ ਜੀ ਨੂੰ ਵਿਨਾਸ਼ ਦਾ ਡਰ ਨਹੀਂ ਹੈ। ਮਹਾਰਾਜ ਫਿਰ ਨਿਰੰਕਾਰ ਜੀ ਦਾ ਸੰਬੰਧ ਕਿਵੇਂ ਬਣੇਗਾ? ਕਿਉਂਕਿ ਇਹ ਨਹੀਂ ਸਮਝ ਆ ਗਈ ਕਿ ਸੰਸਾਰ ਦੇ ਵਿੱਚ ਹਾਂ ਸੰਸਾਰ ਦਾ ਵਿਨਾਸ਼ ਹੋ ਜਾਏਗਾ। ਇਸੇ ਕਰਕੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਕੀ ਕਰੀਏ ਕਿ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਅਗਰ ਤੂੰ ਵਿਨਾਸ਼ ਤੋਂ ਬਚਣਾ ਹੈ ਤੇ ਨਿਰੰਕਾਰ ਦਾ ਜਪ ਤੇ ਕਰਨਾ ਹੀ ਪਏਗਾ ਨਾ। ਆ ਜਿਵੇਂ ਅਸੀਂ ਬੱਚਿਆਂ ਨੂੰ ਕਹਿੰਦੇ ਬਈ ਫੇਲ ਹੋਣ ਤੋਂ ਬਚਣਾ ਜੇ ਤੇ ਪੜ੍ਹਨਾ ਤੇ ਪਏਗਾ ਨਾ, ਤੇ ਜੇ ਨਹੀਂ ਪੜ੍ਹੋਗੇ ਤੇ ਫੇਲ ਹੋ ਜਾਓਗੇ। ਇਹ ਸਾਰੇ ਬੱਚਿਆਂ ਲਈ, ਭਾਵੇਂ ਕਿਸੇ ਦੇਸ਼ ਦੇ, ਕਿਸੇ ਜਾਤੀ ਦੇ, ਕਿਸੇ ਭਾਸ਼ਾ ਦੇ ਬੱਚੇ ਪੜ੍ਹਦੇ ਹੋਣ, ਸਾਰੇ ਬੱਚਿਆਂ ਵਾਸਤੇ ਇੱਕੋ ਹੀ ਫਾਰਮੂਲਾ ਹੈ ਨਾ ਵੀ ਭਾਈ ਜੇ ਪੜ੍ਹੋਗੇ ਤੇ ਅਗਲੀ ਜਮਾਤ 'ਤੇ ਚੜ੍ਹ ਜਾਓਗੇ, ਤੇ ਜੇ ਨਹੀਂ ਪੜ੍ਹੋਗੇ ਤੇ ਫੇਲ ਹੋ ਜਾਓਗੇ। ਇੱਥੇ ਹੀ ਖੜ੍ਹੇ ਰਹੋਗੇ, ਸਾਲ ਦਰ ਸਾਲ ਇੱਥੇ ਖੜ੍ਹੇ ਰਹੋਗੇ, ਤਰੱਕੀ ਨਹੀਂ ਕਰੋਗੇ। ਅਤੇ ਇਸੇ ਤਰ੍ਹਾਂ ਜੇ ਸਾਨੂੰ ਸਮਝ ਆ ਜਾਏ ਵੀ ਜੇ ਜਪ ਦੇ ਸਦਕੇ, ਪੜ੍ਹਨ ਦੇ ਸਦਕੇ ਤਰੱਕੀ ਹੈ, ਅਤੇ ਜੇ ਨਾ ਪੜ੍ਹੇ, ਨਾ ਜਪਿਆ, ਅਤੇ ਸਾਲ ਦਰ ਸਾਲ ਇੱਥੇ ਖੜ੍ਹੇ ਰਹਾਂਗੇ। ਇੱਥੇ ਖੜ੍ਹਨ ਦਾ ਮਤਲਬ ਪਤਾ ਕੀ ਹੈ? ਇਸੇ ਹੀ ਮਾਤਲੋਕ 'ਤੇ ਹੀ ਤੁਰੇ ਫਿਰਦੇ ਰਹਾਂਗੇ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਲੰਬੇ ਚੱਕਰ 'ਚ ਪੈ ਜਾਵਾਂਗੇ। ਇਸੇ ਕਰਕੇ ਮਹਾਰਾਜ ਨੇ ਕੀਤਾ, ਜੋ ਜਪ ਦੀਆਂ ਪੌੜੀਆਂ ਚੜ੍ਹਦੇ ਚੜ੍ਹਦੇ ਕਿਤੇ ਚੂਕ ਜਾਂਦੇ ਨੇ ਨਾ, ਉਹ ਵੀ ਡਿੱਗ ਪੈਂਦੇ ਨੇ। ਪੜ੍ਹਿਆ ਹੋਣਾ, ਇਸ ਪੌੜੀ 'ਤੇ ਜੋ ਨਰ ਚੂਕੈ, ਆਏ ਜਾਏ ਦੁੱਖ ਪਾਏਦਾ। ਇਸ ਕਰਕੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਜੀ ਕੀ ਕਰੀਏ? ਕਹਿ ਲਗੇ ਕੋਈ ਇੱਕ ਜੁਗਤ ਹੈ, ਸਤਿਗੁਰ ਸੇਵੀਐ। ਜੇ ਨਿਰਭਉ ਨਿਰੰਕਾਰ ਜੀ ਦੇ ਨਾਲ ਸੰਬੰਧਿਤ ਹੋਣਾ ਹੈ, ਇਸ ਮਨੁੱਖਤਾ ਦੇ, ਇਸ ਮਾਤਲੋਕ ਦੇ
ਪੌੜੀ ਤੋਂ ਉੱਪਰਲੇ ਪੜਾਵ ਤੇ ਜਾਣਾ ਤੇ ਇੱਕੋ ਇੱਕ ਜੁਗਤ ਹੈ, ਸਤਿਗੁਰ ਸੇਵੀਐ। ਜਿਵੇਂ ਅਸੀਂ ਕਹਿੰਦੇ ਕਿ ਭਾਈ ਅੱਜ ਤੁਸੀਂ ਪ੍ਰਾਇਮਰੀ ਪੜ੍ਹਦੇ ਹੋ, ਜੇ ਅਸੀਂ ਕਾਲਜ ਵਿੱਚ ਜਾਣਾ ਹੈ ਤੇ ਇੱਕੋ ਹੀ ਜੁਗਤ ਜੇ ਪੜ੍ਹ ਲਓ, ਹੋਰ ਕੋਈ ਤਰੀਕਾ ਨਹੀਂ ਜੇ, ਬਸ ਪੜ੍ਹ ਲਓ। ਤੇ ਮਹਾਰਾਜ ਕਹਿਣ ਲੱਗੇ ਸਤਿਗੁਰ ਸੇਵੀਐ, ਕਿ ਸਤਿਗੁਰੂ ਦੀ ਸੇਵਾ ਹੀ, ਔਰ ਗੁਰਬਾਣੀ 'ਚ ਬਹੁਤ ਵਿਆਖਿਆਵਾਂ ਨੇ ਸਤਿਗੁਰ ਦੀ ਸੇਵਾ ਦੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਸਤਿਗੁਰ ਦੀ ਸੇਵਾ ਦੇ ਨਾਲ ਕੀ ਮਿਲਦਾ? ਮਨ ਚਿੰਦਿਆ ਫਲ ਪਾਵਣਾ, ਮਨ ਚਿੰਦੇ ਫਲ ਪ੍ਰਾਪਤ ਹੋ ਜਾਣ। ਜੋ ਨਿਸ਼ਾਨਾ ਹੈ, ਜੋ ਸਾਡੀਆਂ ਚਾਹਤਾਂ ਨੇ ਪ੍ਰਾਪਤ ਹੁੰਦੀਆਂ ਨੇ। ਇਸੇ ਕਰਕੇ ਗੁਰਮੁਖ ਭਗਤ ਜਨ ਸਦਾ ਹੀ ਸਤਿਗੁਰੂ ਦੀ ਸੇਵਾ ਲਈ ਪ੍ਰੇਰਣਾ ਦਿੰਦੇ ਨੇ ਅਤੇ ਸੇਵਾ ਦਾ ਮੁਕੰਮਲ ਸਰੂਪ ਦੱਸਦੇ ਨੇ। ਅੱਜ ਵੀ ਕਿਤੇ ਕਿਸੇ ਗੁਰਮੁਖ ਦੀ ਸੰਗਤ ਕਰਾਂਗੇ ਤੇ ਸਾਨੂੰ ਸੰਸਾਰ ਦੀਆਂ ਗੱਲਾਂ ਨਹੀਂ ਕਰੇਗਾ। ਆ ਕਦੇ ਵੇਖਿਆ ਹੋਣਾ, ਪਹਿਚਾਣ ਕੇ ਕਰੀਏ ਕਿ ਵਿਅਕਤੀ ਗੁਰਮੁਖ ਹੈ, ਉਹਦੇ ਕੋਲ ਬੈਠਾਂਗੇ, ਉਹ ਸਾਡੇ ਘਰ ਪਰਿਵਾਰ ਦੀ ਨਿੰਦਾ ਚੁਗਲੀ ਦੀਆਂ ਗੱਲਾਂ ਨਹੀਂ ਪੁੱਛੇਗਾ ਵੀ ਤੇਰੀ ਬਰਾਦਰੀ ਨੇ ਕੀ ਕੀਤਾ, ਤੇਰੇ ਪਰਿਵਾਰ ਨੇ ਕੀ ਕੀਤਾ, ਨਹੀਂ ਕਰੇਗਾ। ਅਸੀਂ ਗਾਹੇ ਬਗਾਹੇ ਬਾਰ-ਬਾਰ ਉਹਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ, ਦੇਖੋ ਜੀ ਸਾਡੇ ਪਰਿਵਾਰ 'ਚ ਹੋਇਆ, ਸਾਡੇ ਖਾਨਦਾਨ 'ਚ ਹੋਇਆ, ਸਾਡੇ ਸ਼ਹਿਰ 'ਚ ਹੋਇਆ, ਉਹ ਬਾਹਰ ਚੁੱਪ ਕਰ ਜਾਏਗਾ। ਜਦੋਂ ਵੇਖੇਗਾ ਵੀ ਅਸੀਂ ਬਾਜ਼ ਨਹੀਂ ਆਉਂਦੇ, ਉਹ ਫਿਰ ਚੁੱਪ ਹੀ ਕਰ ਜਾਏਗਾ। ਅਤੇ ਜੇ ਕਿਤੇ ਗੁਰੂ ਕੀ ਗੱਲ ਕਰਾਂਗੇ ਤਾਂ ਉਹ ਖਿੜ ਕੇ ਜਵਾਬ ਦੇਵੇਗਾ। ਅਤੇ ਜਿਹੜਾ ਵਿਅਕਤੀ ਗੁਰੂ ਕੀ ਗੱਲ ਕਰਨ 'ਤੇ ਚੁੱਪ ਕਰ ਜਾਏ ਅਤੇ ਸੰਸਾਰ ਦੀ ਗੱਲ ਕਰਨ 'ਤੇ ਉਛਲ ਕੇ ਖਿੜ ਕੇ ਜਵਾਬ ਦੇਵੇ, ਸਮਝ ਲੈਣਾ ਉਹਦੇ ਅੰਦਰ ਗੁਰੂ ਨਾਨਕ ਦੀ ਬਖਸ਼ਿਸ਼ ਅਜੇ ਨਹੀਂ ਵਰਤੀ, ਉਹਦੇ ਅੰਦਰ ਗੁਰੂ ਕਲਾ ਨਹੀਂ ਵਰਤੀ, ਉਹ ਅਜੇ ਬਹੁਤ ਦੂਰ ਹੈ, ਉਹ ਸੰਸਾਰ ਦੇ ਉਸਤਤੇ ਵਿੱਚ ਲੱਗਾ ਹੋਇਆ। ਅਤੇ ਜਿਹੜਾ ਵਿਅਕਤੀ ਸੰਸਾਰੀ ਗੱਲਾਂ ਕਰਨ ਲੱਗਿਆ ਚੁੱਪ ਕਰ ਜਾਏ, ਬਹੁਤਾ ਸਮਾਂ ਚੁੱਪ 'ਚ ਹੀ ਰਹੇ, ਅਤੇ ਜਦੋਂ ਕਿਤੇ ਕੋਈ ਗੁਰੂ ਦੀ ਗੱਲ ਕਰੇ, ਭਗਤੀ ਦੀ ਗੱਲ ਕਰੇ, ਕਿਸੇ ਸੰਤ ਮਹਾਤਮਾ ਵਡੇਰੇ ਦੀ ਭਾਵੇਂ ਯੁੱਗਾਂ ਪੁਰਾਣੇ ਦੀ ਗੱਲ ਕਰੇ, ਉਦੋਂ ਉਹ 'ਤੇ ਆਪਣਾ ਇੰਟਰਸਟ ਸ਼ੋਅ ਕਰੇ, ਉਹਦੇ ਨਾਲ ਸੰਬੰਧਿਤ ਹੋ ਕੇ ਖਿੜ ਕੇ ਪੁੱਛੇ, ਖਿੜ ਕੇ ਦੱਸੇ, ਸਮਝ ਲਾ ਇਹਦੇ ਅੰਦਰ ਕੋਈ ਕਲਾ ਸਿਮਰਨ ਦੀ ਹੈ। ਇਹ ਹੈ ਉਹ ਵਿਅਕਤਿਤਵ ਜੋ ਜੁੜਨਾ ਚਾਹੁੰਦਾ ਹੈ ਜਾਂ ਜੁੜ ਚੁੱਕਾ ਹੈ। ਜੁਗਤ ਇੱਕ ਹੀ ਸਤਿਗੁਰ ਸੇਵੀ ਹੈ। ਸਤਿਗੁਰੂ ਦੀ ਸੇਵਾ ਦੇ ਨਾਲ ਹਰ ਮਨ ਵਸੈ, ਵਾਹਿਗੁਰੂ ਜੀ ਮਨ ਵਿੱਚ ਵਸ ਜਾਂਦੇ ਹਨ। ਕਿਉਂਕਿ ਸੇਵਾ ਕਰਨ ਦੇ ਨਾਲ ਸਾਰੇ ਮੰਨਦੇ ਹਾਂ ਮਨ ਨਿਰਮਲ ਹੋ ਜਾਂਦਾ ਹੈ। ਅਸੀਂ ਅਜੇ ਤੱਕ ਇਹੀ ਦੱਸਿਆ ਗਿਆ ਸਾਨੂੰ ਕਿ ਸੇਵਾ ਕਰਨ ਦੇ ਨਾਲ ਮਨ ਦੀ ਮੈਲ ਉਤਰਦੀ ਹੈ, ਸੇਵਾ ਕਰਨ ਦੇ ਨਾਲ ਹੱਥ ਸੁੱਚੇ ਹੋ ਜਾਂਦੇ। ਅੱਜ ਵੀ ਜਿਹੜੇ ਥੋੜ੍ਹੇ ਜਿਹੇ ਅਧਿਆਤਮੀ ਜੀ ਨੇ ਉਹ ਜਾਣਦੇ ਨੇ ਕਿ ਸੇਵਾ ਦੇ ਸਦਕੇ ਹੀ ਤਨ ਮਨ ਸੁੱਚਾ ਹੁੰਦਾ ਜੇ। ਅਸੀਂ ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੁੱਚਾ ਕਰਨ ਦੀ ਕੋਸ਼ਿਸ਼ ਕਰਕੇ ਬੈਠਦੇ ਆ ਵੀ ਵਧੀਆ ਨਹਾ ਧੋ ਕੇ ਆਏ ਕਿ ਸੁੱਚੇ ਹੋ ਗਏ, ਸਾਡੇ 'ਚ ਕੁਝ ਤਬਕੇ ਹੈਗੇ ਨੇ ਜਿਨ੍ਹਾਂ ਦਾ ਸਾਰਾ ਜ਼ੋਰ ਹੀ ਬਾਹਰ ਦੀ ਸੁਚਮਤਾ 'ਤੇ ਲੱਗਾ ਹੋਇਆ। ਯਾਦ ਰੱਖਣਾ, ਬਾਹਰ ਦੀ ਸੁਚਮਤਾ ਦੇ ਨਾਲ ਗੁਰੂਦੇਵ ਕਦੇ ਖੁਸ਼ ਨਹੀਂ ਜੇ ਹੁੰਦੇ। ਗੁਰੂ ਕੀ ਖੁਸ਼ੀ ਅੰਦਰ ਦੀ ਸੁਚਮਤਾ ਦੇ ਨਾਲ ਮਿਲਦੀ ਹੈ। ਬੜਾ ਪਿਆਰਾ ਬਚਨ ਹੈ, ਸੁੱਚੇ ਸੇ ਨਾ ਆਖੀਐ ਹੈ ਬਹਿਨ ਜੇ ਪਿੰਡਾਤ ਹੋਏ। ਸਾਡੇ 'ਚ ਹੈ ਨਾ, ਹਰ ਵਾਰ ਇਸ਼ਨਾਨ ਕਰੋ, ਇੱਥੇ ਜਾਓ ਤੇ ਇਸ਼ਨਾਨ ਕਰੋ, ਉੱਥੇ ਆਓ ਤੇ ਇਸ਼ਨਾਨ ਕਰੋ। ਠੀਕ ਹੈ, ਸਰੀਰ ਦੀ ਸ਼ੁੱਧਤਾ ਵਾਸਤੇ ਸਰੀਰ ਦੀ ਸ਼ੋਧਨ ਕਿਰਿਆ ਚੰਗੀ ਹੈ, ਜ਼ਰੂਰੀ ਹੈ, ਪਰ ਕੋਈ ਇਸ ਭੁਲੇਖੇ 'ਚ ਮਤ ਰਹੇ ਕਿ ਮੈਂ 2-4 ਵਾਰ ਇਸ਼ਨਾਨ ਕਰ ਲੈਣਾ ਅਤੇ ਮੈਨੂੰ ਪਵਿੱਤਰਤਾ ਮਿਲ ਜਾਏਗੀ। ਨਾ ਭਾਈ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਅਤੇ ਸੁੱਚੇ ਤੇ ਉਹੀ ਨੇ ਜਿਨ੍ਹਾਂ ਦੇ ਮਨ ਵਿੱਚ ਵਸਦਾ। ਅਤੇ ਮਨ ਵਿੱਚ ਕਦੋਂ ਵਸਦਾ ਹੈ? ਜਦੋਂ ਸਤਿਗੁਰ ਦੀ ਸੇਵਾ ਹੁੰਦੀ ਹੈ। ਅਤੇ ਸਤਿਗੁਰ ਦੀ ਸੇਵਾ ਮੁਕੰਮਲ ਉਦੋਂ ਹੁੰਦੀ ਹੈ ਜਦੋਂ ਨਾਲ ਦੂਸਰਾ ਕੰਮ ਹੁੰਦਾ ਹੈ, ਉਹ ਹੈ ਸਿਮਰਨ। ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ। ਇਸੇ ਕਰਕੇ ਅੱਜ ਵੀ ਸਾਡੀ ਜੋ ਸਭ ਤੋਂ ਪ੍ਰਾਚੀਨ ਸੰਸਥਾ ਹੈ ਕਾਰ ਸੇਵਾ, ਜਿਸ ਦੀ ਆਰੰਭਤਾ ਬਾਉਲੀ ਸਾਹਿਬ ਤੋਂ ਹੋਈ ਹੈ। ਵੈਸੇ ਤਾਂ ਕਾਰ ਸੇਵਾ ਦੀ ਗੱਲ ਕਰਤਾਰਪੁਰ ਸਾਹਿਬ ਤੋਂ ਆਰੰਭ ਹੋ ਗਈ, ਪਰ ਕਰਤਾਰਪੁਰ ਸਾਹਿਬ ਮਹਾਰਾਜ ਨੇ ਬਹੁਤਾ ਕਾਰਜ ਵਿਹਾਰ ਆਪਣੇ ਨਿੱਜੀ ਧਨ ਖਰਚ ਕੇ ਕਰਾਇਆ। ਪਰ ਇਹ ਵੱਡੇ ਪੱਧਰ 'ਤੇ ਸਾਨੂੰ ਬਾਉਲੀ ਸਾਹਿਬ ਤੋਂ ਪ੍ਰਾਪਤ ਹੋਈ, ਜਿੱਥੇ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਭਾਈ ਸੰਗਤ ਆਪਣੇ ਸ਼ਰਧਾ ਦੇ ਮੁਤਾਬਕ ਕੋਈ 2 ਦਿਨ, ਕੋਈ 4 ਦਿਨ, ਕੋਈ 10 ਦਿਨ ਆ ਕੇ ਹੱਥੀਂ ਸੇਵਾ ਕਰੋ। ਜਿੱਥੋਂ ਸਾਡੀ ਕਾਰ ਸੇਵਾ, ਅਤੇ ਅੱਜ ਵੇਖਦੇ ਨੇ ਵੱਡੀ ਇਮਾਰਤਾਂ ਗੁਰੂ ਘਰ ਦੀਆਂ ਬਣਦੀਆਂ ਨੇ, ਅਤੇ ਕੀ ਲਿਖਿਆ ਹੁੰਦਾ? ਕਾਰ ਸੇਵਾ। ਕਾਰ ਸੇਵਾ ਦਾ ਇੱਕ ਨਿਯਮ ਹੈ, ਉੱਥੇ ਫਿਲਾਸਫੀ ਦੇ ਘੋਟੇ ਨਹੀਂ ਲੱਗਦੇ, ਕਿਉਂਕਿ ਸਾਰਾ ਦਿਨ ਕਿਰਤ ਕਰਨੀ ਹੁੰਦੀ ਉਹਨਾਂ ਨੇ। ਉੱਥੇ ਗੁਰਬਾਣੀ ਦੇ ਬਹੁਤੇ ਆਖਰੀ ਅਰਥਾਂ 'ਤੇ ਜ਼ੋਰ ਨਹੀਂ ਗਾ,
क्योंकि उन्होंने सारा दिन मिट्टी 'च पत्थर ढोना है, मिट्टी 'च काम करना है। बस एक काम वो करते ने, किरत करते ने ते सतनाम वाहिगुरू, सतनाम वाहिगुरू जपते ने। अनपढ़ तो अनपढ़ बंदे वेखे होने अज भी उत्थे दूर दुराडे इलाकों के जिथे विद्या नाम की कोई शै ही नहीं, वो भी संगत आ के बैठे ने। तो की कहते हैं भाई प्रशादा छकण तो पहला 10 मिनट जप लो, जलपान छकना है 10 मिनट जप लो। तो सेवा करद्या होया भी उन्होंने च एक व्यक्ति जो उम्र दराज होंदा, जिन्होंने 5 जथेदार अजकल शब्द वरत लिया, वो खलोता उच्ची उच्ची बोली जाता है सतनाम वाहिगुरू, सतनाम वाहिगुरू। उस बोल दे विच नाले कार विहार हो रहा है, शरीर की किरत हो रही है, शरीर की सेवा हो रही है, ते नाल सिमरन हो रहा है। तो नतीजा बड़े निर्मल रूहां उन्हें प्रगट होईयां और उहदे सदके बहुत जीवन बदले ने। किते गौर ना वेखांगे कार सेवा की टोकरी ढोंदियां ढोंदियां ही पता नहीं कितने कोई जीवन बदल गए ने। लोगों के नशे छुट गए, विकारों तो मुक्ति मिल गई, घर परिवार सुख ते शांति वरत गई है। बस जुगत एक ही है, जे को करे चित लाए। जे सतगुर की सेवा नूं कोई चित ला के कर लैंदा है तो सेवा के सदके ही, क्योंकि सेवा दे विच सिमरन मिश्रित है, सेवा दे नाल सिमरन जुड़िया होया है। हाँ असां तुसां ने बहुते जीआं ने सेवा दे नाल अहंकार जुड़ लिया, वडप्पण जुड़ लिया, विखावा जुड़ लिया। जदों सेवा दे विच विखावा आ जाता है समझ लो सूक्ष्म अहंकार अपने आप तुर पैंदा है। इस करके सेवा दिखावा नहीं है। जे दिखावा करदा कोई तो जे सेवा नहीं कर रहा फिर तो लोक दिखावा है। सतगुर की सेवा के सदके हर मन वसै, तो सेवा के सदके हौली हौली जदों वाहिगुरू जी मन विच वस जाते ने, फिर तिथै उत्थे जिथे वाहिगुरू जी है भाओ कदे ना होए। जिथे वाहिगुरू जी है, वाहिगुरू जी का नाम है, उत्थे कोई भाव नहीं, क्यों वाहिगुरू जी निरभाव है। जिथे वाहिगुरू जी का निरभाव नाम है उत्थे काहदा भै। इतिहास किसी भी गुरमुख का जिन्होंने अपन शहीद कहे नहीं, किसी का नाम उठा के देख लीए, वर्का चुक के देख लीए, उन्होंने अगे मौत रखी हुई है, मौत दी गल्लां होंदियां, तिखे आरे रखे ने, बलदियां देगां बलदियां पईयां ने, पर की उत्थे कदे डर आया। अज तक का इतिहास जिन्हां गुरमुखां ने परमात्मा की बंदगी की कि उन्होंने कदे सी उचारी है, तो जवाब मिलता नहीं। साडे सिख इतिहास में ही नहीं, सिख इतिहास तो बाहर भी ऐसे गुरमुख भगत होए ने जिन्हां दे वास्ते मौत सामने रखी गई है, पर डरे तो नहीं। रोजाना आसा की वार का भोग जद से पैदा है तो नाम सुन लैके पढ़ के सुनाते ना, प्रहलाद का जिक्र करते ने, 5 साल के बालक ही ने, सामने तपदा होया थम है, पर क्या मजाल उत्थे कोई भै आ जाए। बलदे हुए लाटां दे विच भूआ लैके बैठ जांदी, क्या मजाल उत्थे कोई डर आ जाए, क्योंकि भगत है उत्थे हर जीव वसता है। बाबा कबीर साहब का नाम पढ़ते हैं, हथ पैर बन के खूनी हाथी के सुटिया जाता है, तो सुटिया ही नहीं जाता, खूनी हाथी अपने वार भी करता है भगत नामदेव ते 2 भगतां नूं वारी वारी खूनी हाथी के सुटिया जाता है, पर दोनों अपने प्रभु के नाम के सदके अडोल रहिंदे ने। बाबा कबीर साहब जिक्र करते ना, भुजा बांध भिला कर डारियो, हस्ती कोप मुंड में मारियो। हाथी के सिर च अंकुश मार के महावत हाथी नूं तोड़ना चाहता है, उत्थों डांट के कहता रे महावत तू इदारों काट, कोल खड़ा होया हाकम पुकारदा है, पर हाथी समझ जाता है, हस्ती भाग के चीसा मारे या मूर्त के हों बलिहारे। मनो हाथी पछाण जाता है तो कोई कला है, वो डर जाता है, वो चीका मार के पीछे चला जाता है, पर भगत के हथ पैर बधे ने, भगत अडोल बैठा है। भगत नूं चुक के हथ पैर बन्नियां दे ही गंगा सुट दिता जाता है। असीं पढ़े आ पाठ करन ते आप रोज़ पढ़ते होगे ना, हथ पैर बन्ने हुए ने गंगा सुट दिता जाता है, पगल फिर भी शांत है, तो शांत रहिंदा ते नतीजा लोहे दीयां जंजीरां टुट जांदियां ने। अज भी पाठ करन लई पढ़दे हो ना, गंगा की लहर मेरी टूटी जंजीर, मृगशाला पर बैठे कबीर। फिर बाद च कहते हैं ये सारा पता क्यों होया, की मंत्र पढ़िया, कह लगे असां कुछ नहीं किया, बस एक ही काम रहा, मन ना डिगै तन काहे को डराए। जे मन ना डोले तो तन नहीं जे डरदा। तो अज साडा मन ही तो डोलदा है,
ਅੱਜ ਸਾਡਾ ਮਨ ਤੇ ਥਾਂ ਥਾਂ ਤੇ ਲਾਲਚਾਂ 'ਚ ਲੋਭਾਂ 'ਚ ਭੈ 'ਚ ਪਤਾ ਨਹੀਂ ਕਿੰਨਾ ਕਿੰਨਾ ਕਾਰਕਾਂ ਡੋਲ ਜਾਂਦਾ ਹੈ। ਜਿੱਥੇ ਵੀ ਵਾਹਿਗੁਰੂ ਜੀ ਦਾ ਨਾਮ ਹੈ ਉੱਥੇ ਮਨ ਅਡੋਲ ਹੋ ਜਾਂਦਾ ਹੈ, ਮਨ ਟਿਕ ਜਾਂਦਾ ਹੈ। ਤੇ ਇੱਥੇ ਮਨ ਟਿਕ ਜਾਂਦਾ ਵਾਹਿਗੁਰੂ ਜੀ ਦੇ ਨਾਮ ਦੇ ਸਦਕੇ, ਉੱਥੋਂ ਭੈ ਮੁੱਕ ਜਾਂਦਾ ਹੈ। ਫਿਰ ਉਹ ਆਪਣੇ ਆਦਰਸ਼ਾਂ 'ਤੇ, ਫਿਰ ਆਪਣੇ ਬਚਨਾਂ 'ਤੇ, ਫਿਰ ਆਪਣੇ ਗੁਰੂ ਦੇ ਨਜ਼ਰੀਏ 'ਤੇ, ਗੁਰੂ ਕੇ ਉਪਦੇਸ਼ 'ਤੇ ਬਿਲਕੁਲ ਟਿਕ ਜਾਂਦਾ ਹੈ। ਇਸੇ ਕਰਕੇ ਸਿੱਖ ਕਹਿੰਦਾ ਨਹੀਂ ਤੂੰ ਸਭ ਕੁਝ ਕਰ ਦੇ ਪਰ ਮੈਂ ਆਪਣੇ ਗੁਰੂ ਕਾ ਬਚਨ ਨਾ ਛੋੜ ਸਾਂ, ਮੇਰੇ ਗੁਰੂ ਕਾ ਬਚਨ ਸੱਤ ਹੈ। ਤੇ ਬਸ ਗੁਰੂ ਕਾ ਬਚਨ ਸੱਤ ਹੈ, ਇਸ ਕਰਕੇ ਤੂੰ ਜੋ ਕਰਨਾ ਕਰ ਲੈ, ਭਾਵੇਂ ਮੇਰੇ ਸਿਰ ਤੇ ਆਰਾ ਰੱਖ ਦੇ ਪਰ ਮੇਰੇ ਗੁਰੂ ਕਾ ਬਚਨ ਸੱਤ ਹੈ। ਔਰ ਸਾਰਾ ਇਤਿਹਾਸ ਇਸੇ ਗੱਲ ਦੀ ਗਵਾਹੀ ਭਰਦਾ ਪਿਆ। ਤਿੱਥੇ ਭਾਵ ਕਦੇ ਨਾ ਹੋਏ ਉੱਥੇ ਭੈ ਹੋ ਹੀ ਨਹੀਂ ਸਕਦਾ। ਜਿੱਥੇ ਭੈ ਨਹੀਂ ਹੋ ਸਕਦਾ ਨਾ ਉੱਥੇ ਕੋਈ ਨੇੜੇ ਵੀ ਨਹੀਂ ਆ ਸਕਦਾ। ਦੁਸ਼ਮਣ ਦੁੱਖ ਤਿਸਨੂੰ ਨੇੜਨੇ ਆਵੇ, ਉਹਦੇ ਨੇੜੇ ਕੋਈ ਜਾ ਨਹੀਂ ਸਕਦਾ। ਅਸੀਂ ਸੰਸਾਰ ਦੇ ਤਰਕਵਾਦੀ ਕਹਿਣਗੇ ਦੇਖੋ ਜੀ ਫਲਾਣੇ ਨੂੰ ਸ਼ਹੀਦ ਕਰਤਾ, ਫਲਾਣੇ ਨੂੰ ਗ੍ਰਿਫਤਾਰ ਕਰਤਾ। ਯਾਦ ਰੱਖਣਾ ਇਹ ਕਰਤੇ ਦੀ ਕਲਾ ਦੇ ਸਦਕੇ ਹੋਇਆ, ਨਹੀਂ ਤੇ ਕੋਈ ਨੇੜੇ ਨਾ ਜਾ ਸਕਦਾ। ਕੀ ਕੋਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਸਕਦਾ ਹੈ? ਕੀ ਪੰਚਮ ਪਾਤਸ਼ਾਹ ਸਾਹਿਬ ਜੀ ਨੂੰ ਕੋਈ ਜ਼ਬਰਦਸਤੀ ਤਵੀ 'ਤੇ ਬਿਠਾ ਸਕਦਾ ਹੈ? ਨਹੀਂ। ਆਪਣੀ ਖੁਸ਼ੀ ਇੱਕ ਕੁਦਰਤੀ ਰਜਾ ਹੈ। ਇਹ ਮਹਾਰਾਜ ਦੀਆਂ ਆਪਣੀਆਂ ਕਲਾਵਾਂ ਨੇ ਜਿਹਨੂੰ ਅਸੀਂ ਨਹੀਂ ਸਮਝ ਸਕਦੇ। ਪਾਤਸ਼ਾਹ ਦਸ਼ਮੇਸ਼ ਤੋਂ ਕੀ ਅਨੰਦਪੁਰ ਛੁਡਾ ਸਕਦਾ ਕੋਈ? ਨਹੀਂ। ਇਹ ਕਰਤੇ ਦੀਆਂ ਆਪਣੇ ਗੁਰੂ ਮਹਾਰਾਜ ਦੀਆਂ ਉਹ ਕਲਾਵਾਂ ਨੇ ਜਿਹੜੀਆਂ ਸਾਡੀ ਸਮਝ ਸੋਚ ਮਤ ਬੁੱਧ ਤੋਂ ਪਾਰ ਨੇ। ਉਹ ਕਿਉਂ ਕੀਤਾ ਮਹਾਰਾਜ ਨੇ? ਤੇ ਅਸੀਂ ਇੱਕ ਹੀ ਕਹਿ ਸਕਦੇ ਸਾਨੂੰ ਮੱਤ ਦੇਣ ਲਈ ਕੀਤਾ ਵੀ ਭਾਈ ਤੇਰੇ 'ਤੇ ਵੀ ਕੱਲ੍ਹ ਨੂੰ ਕਿਤੇ ਕੋਈ ਪਰੇਸ਼ਾਨੀ ਆ ਜਾਏ ਤਾਂ ਡੋਲੀ ਨਾ। ਪਰਿਸਥਿਤੀਆਂ ਦੇ ਵਿੱਚ ਰਹੀਦਾ ਹੈ। ਤੇਰਾ ਕੀਆ ਮਿੱਠਾ ਲਾ ਕੇ ਕਹਿ ਦਈਦਾ ਹੈ। ਹਾਲਾਤ ਵਿੱਚ ਰਹਿ ਕੇ ਆਪਣੇ ਆਦਰਸ਼ਾਂ ਨੂੰ ਨਹੀਂ ਭੁੱਲ ਜਾਈਦਾ, ਆਪਣੇ ਨਿਸ਼ਾਨਿਆਂ ਨੂੰ ਨਹੀਂ ਉਖੜ ਜਾਈਦਾ। ਸੰਸਾਰ ਤੇ ਬਦਲਦਾ ਰਹਿੰਦਾ, ਕਿਉਂਕਿ ਮਹਾਰਾਜ ਨੇ ਸਾਨੂੰ ਇਹ ਦੱਸਿਆ ਕਿ ਘਰ ਪਰਿਵਾਰ ਸੰਸਾਰ ਆਕਾਰ ਹੈ, ਦ੍ਰਿਸ਼ਮਾਨ ਹੈ। ਇਹ ਅੱਜ ਨਹੀਂ ਤੇ ਕੱਲ੍ਹ ਟੁੱਟੀ ਜਾਣਾ ਹੈ, ਇਹ ਅੱਜ ਨਹੀਂ ਤੇ ਘਰ ਮਿਟੀ ਜਾਣਾ ਹੈ, ਪਰ ਇਹਦੇ ਨੇੜੇ ਕੋਈ ਨਹੀਂ ਜਾ ਸਕਦਾ। ਆ ਭਾਈ ਪਰਮ ਸਿੰਘ ਧਰਮ ਸਿੰਘ ਦੀ ਸਾਖੀ ਪੜ੍ਹਦੇ ਨਾ, ਮਹਾਰਾਜ ਦਸ਼ਮੇਸ਼ ਤੇ ਕੁਲਾ ਕੇ ਵੈਰਾਗ ਕੀਤਾ ਮਹਾਰਾਜ ਸਾਹਿਬਜ਼ਾਦਿਆਂ ਦਾ, ਸੁਣ ਕੇ ਬੜਾ ਦੁੱਖ ਹੋਇਆ। ਮਹਾਰਾਜ ਕਹਿਣ ਲੱਗੇ ਭਾਈ ਪਰਮ ਸਿੰਘ ਆ ਜ਼ਮੀਨ 'ਤੇ ਲਕੀਰਾਂ ਖਿੱਚ ਕੇ ਦੇਖਿਓ ਜਰਾ। ਮਿੱਟੀ ਸਾਫ਼ ਕਰਕੇ 4 ਲਕੀਰਾਂ ਖਿੱਚੀਆਂ, ਕੁਝ ਸਮਾਂ ਟਿੱਕੀਆਂ ਰਹੀਆਂ। ਕਹਿਣ ਲੱਗੇ ਮਿਟਾ ਦਿਓ। ਲਕੀਰਾਂ ਮਿਟ ਗਈਆਂ। ਕਹਿਣ ਲੱਗੇ ਕੁਝ ਸਮਝ ਆਇਆ? ਪਰਮ ਸਿੰਘ ਕਹਿਣ ਲੱਗੇ ਨਹੀਂ ਮਹਾਰਾਜ, ਮੇਰੀ ਸਮਝ ਕੀ ਆਉਣਾ ਸੀ। ਆਪ ਨੇ ਹੁਕਮ ਕੀਤਾ, ਮੈਂ 4 ਲੀਕਾਂ ਖਿੱਚਤੀਆਂ, ਆਪ ਦਾ ਹੁਕਮ ਹੋਇਆ ਮਿਟਾਤੀਆਂ। ਕਹਿਣ ਲੱਗੇ ਇਸੇ ਤਰ੍ਹਾਂ ਜੀਵਨ ਕਰਤਾ ਪੁਰਖ ਦੇ ਹੁਕਮ 'ਚ ਖਿੱਚੀ ਇੱਕ ਲੀਕ ਹੈ। ਹੁਕਮ ਦੇ ਵਿੱਚ ਹੀ 4 ਸਾਹਿਬਜ਼ਾਦੇ ਲਕੀਰਾਂ ਵਾਂਗ ਆਏ। ਯਾਦ ਰੱਖਣਾ, ਤੇ ਜੇ 4 ਸਾਹਿਬਜ਼ਾਦੇ ਲਕੀਰ ਵਾਂਗ ਨੇ ਤੇ ਅਸੀਂ ਤੁਸੀਂ ਤੇ ਕੁਛ ਵੀ ਨਹੀਂ। ਫਿਰ ਉੱਥੇ ਅਸੀਂ ਤੁਸੀਂ ਕਹਿ ਲਕੀਰ ਵੀ ਨਹੀਂ ਬਣ ਪਾਵਾਂਗੇ, ਅਸੀਂ ਤੇ ਸ਼ਾਇਦ ਡਾਟ ਨਹੀਂ ਬਣ ਪਾਵਾਂਗੇ। ਹੋਰ ਜੇ ਲਕੀਰ ਖਿੱਚ ਗਏ ਨੇ ਤੇ ਅਸਾਂ ਤੇ ਕੁਛ ਵੀ ਨਹੀਂ ਕੀਤਾ, ਤੇ ਫਿਰ ਕਾਹਦਾ ਰੋਣਾ ਸਾਨੂੰ ਆਪਣੇ ਮਿਟਣ ਦਾ। ਮਹਾਰਾਜ ਕਹਿੰਦੇ ਕਿ ਹੁਕਮ 'ਚ ਕਰਤੇ ਦੀ ਰਜਾ 'ਚ ਆਏ, ਕਰਤਾ ਦੀ ਰਜਾ 'ਚ ਮਿਟ ਗਏ। ਇਸ ਕਰਕੇ ਉੱਥੇ ਨਾ ਕੋਈ ਦੁਸ਼ਮਣ ਹੈ ਨਾ ਕੋਈ ਡਰ ਹੈ। ਮਹਾਰਾਜ ਕਹਿਣ ਲੱਗੇ ਦੁਸ਼ਮਣ ਦੁੱਖ ਤਿਸ ਨੂੰ ਨੇੜ ਨਾ ਆਵੇ। ਉਹਨਾਂ ਦੇ ਨੇੜੇ ਕੋਈ ਦੁੱਖ ਨੇੜੇ ਨਹੀਂ ਹੁੰਦਾ। ਇਸੇ ਕਰਕੇ ਅੱਜ ਤੱਕ ਦੇ ਕਿਸੇ ਭਗਤ ਨੂੰ, ਕਿਸੇ ਸੰਤ ਨੂੰ ਕੋਈ ਦੁਖੀ ਨਹੀਂ ਕਰ ਸਕਿਆ। ਸਾਨੂੰ ਇੱਕ ਆਦਰਸ਼ ਦਿੱਤਾ ਗਿਆ, ਆਪਨੇ ਤੇ ਬਹੁਤ ਪੜ੍ਹਿਆ ਹੋਣਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਇਹ ਨਹੀਂ ਕਿ ਧਰਮੀ ਜੀਵਨ 'ਚ ਸੰਸਾਰੀ ਦੁੱਖ ਨਹੀਂ ਹੁੰਦੇ, ਨਹੀਂ। ਇਹੀ ਤੇ ਮਹਾਰਾਜ ਨੇ ਆਪਣੇ 250 ਸਾਲ ਦੀ ਲੰਮੀ ਯਾਤਰਾ 'ਚ ਕਰ ਕਰਕੇ ਦਿਖਾਇਆ ਹੈ ਕਿ ਭਾਈ ਸੰਸਾਰੀ ਪਰਿਵਾਰਿਕ ਜੀਵਨ ਦੇ ਵਿੱਚ तमाम ਪ੍ਰਕਾਰ ਦੇ ਉਤਾਰ ਚੜ੍ਹਾਅ ਆ ਸਕਦੇ ਨੇ। ਪਰਿਸਥਿਤੀਆਂ ਦੇ ਮੁਤਾਬਕ, ਦੇਸ਼ ਕਾਲ ਦੇ ਮੁਤਾਬਕ ਘਾਟੇ ਵਾਧੇ ਹੋ ਸਕਦੇ ਨੇ, ਪਰ ਤੂੰ ਇਹਨਾਂ ਘਾਟੇ ਵਾਧਿਆਂ ਦੇ ਵਿੱਚ ਇੱਕ ਵਾਹਿਗੁਰੂ ਜੀ ਦੇ ਨਾਮ 'ਤੇ ਅਡੋਲ ਟਿਕਿਆ ਰਹੀ। ਜੋ ਹੋ ਰਿਹਾ ਹੋਣ ਦੇ, ਤੂੰ ਉਸ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰ। ਤੂੰ ਕਹਿ ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਆ ਹੁਣ ਪਿਛਲੇ 1.5 ਸਾਲ ਤੋਂ ਲੋਕ ਔਖੇ ਬੈਠੇ ਹੀ ਨਹੀਂ ਨਾ। ਕਾਰ ਵਿਹਾਰ ਬ੍ਰੇਕਾਂ ਹੋਈਆਂ, ਸੈਂਕੜੇ ਜੀ ਚਲੇ ਗਏ, ਕੀ ਕਰ ਸਕਦੇ ਹੋ। ਵਿਗਿਆਨਕ ਤੱਕ ਪਰੇਸ਼ਾਨ ਰਹੇ, ਪਰ ਫਿਰ ਵੀ ਭਗਤ ਕਹਿੰਦਾ ਨਹੀਂ, ਕਰਤੇ ਦਾ ਹੁਕਮ ਹੈ। ਸ਼ਾਇਦ ਅਸੀਂ ਇਸ ਕਰਕੇ ਵਰਦੇ ਹਾਂ ਕਿ ਕੁਝ ਗੱਲਾਂ ਨੂੰ ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ। ਇੱਕ ਤੁਕ ਜੋ ਸੁਖਮਨੀ ਸਾਹਿਬ ਜੀ ਕੀ ਅਸਾਂ ਸਾਰਿਆਂ ਪੜ੍ਹੀ, ਸ਼ਾਇਦ ਇਸ 1.5 ਸਾਲ 'ਚ ਸਮਝ ਆਈ ਹੋ। ਨੇਕੀ ਕੀਰੀ ਮਹਿ ਕਲ ਰਾਖੈ, ਭਸਮ ਕਰ ਲਸ਼ਕਰ ਕੋਟ ਲਾਖੈ। ਸ਼ਾਇਦ ਸਮਝ ਆਈ ਹੋਵੇ। ਅਸੀਂ ਕਹਿੰਦਾ ਨਿੱਕੀ ਕੀੜੀ 'ਚ ਕੀ ਹੁੰਦਾ ਹੈ, ਵਾਇਰਸ ਕਿਤਨਾ ਕੁ ਵੱਡਾ ਹੈ, ਸੈੱਲ
ਜਿਹੜੇ ਲੈਬੋਰਟਰੀ 'ਚ ਬੈਠਦੇ ਨੇ ਸਿਰਫ ਉਹਨਾਂ ਨੇ ਦੇਖਿਆ, ਅਸਾਂ ਤੁਸਾਂ ਥੋੜ੍ਹਾ ਦੇਖਿਆ। ਉਹ ਵੀ ਸਕੋਪ ਦੇ ਜ਼ਰੀਏ ਦੇਖਦੇ ਨੇ। ਪਰ ਕਿਤਨਾ ਕੁ ਬਲ ਹੈ ਉਸ ਨਿੱਕੀ ਕੀਰੀ ਵਿੱਚ ਕਿ ਦੁਨੀਆ ਹਿਲਾ ਕੇ ਰੱਖੀ। ਅਜੇ ਵੀ ਕਿਹੜਾ ਡਰ ਮੁੱਕ ਗਿਆ, ਅਜੇ ਵੀ ਗਾਹੇ ਬਗਾਹੇ ਕਿਤੇ ਨਾ ਕਿਤੇ ਸਿਰ ਚੁੱਕ ਲੈਂਦਾ। ਪੜ੍ਹਿਆ ਸੀ ਬੜੀ ਵਾਰ, ਨਿੱਕੀ ਕੀਰੀ ਮਹਿੰਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲਾਖੈ। ਵੱਡੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਤੇ ਪੂਰੀ ਤਰ੍ਹਾਂ ਵਿਕਸਿਤ ਦੇਸ਼ ਆ, ਉਹ ਵੀ ਕਮਾ ਕੇ ਤੇ ਹਿਲਾ ਕੇ ਰੱਖ ਦਿੱਤੇ ਨੇ। ਪਰ ਚੇਤਾ ਰੱਖਣਾ, ਕੀ ਕਿਸੇ ਭਗਤ ਨੂੰ ਗੁਰਮੁਖ ਨੂੰ ਰੋਂਦਿਆਂ ਪਿੱਟਦਿਆਂ ਵੇਖਿਆ ਜੇ? ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਵੇਖਿਆ ਗੁਰੂ ਨਾਨਕ ਦੇ ਸਿੱਖ ਸਭ ਤੋਂ ਮੋਹਰੇ ਹੋ ਕੇ ਸੇਵਾਵਾਂ ਕਰਦੇ ਨੇ, ਲਾਵਾਰਿਸ ਲੋਕਾਂ ਦਾ ਸੰਸਕਾਰ ਕਰਦੇ ਪਏ ਨੇ। ਜਿਨ੍ਹਾਂ ਨੂੰ ਘਰ ਦੇ ਛੱਡ ਕੇ ਚਲੇ ਗਏ, ਉਹਨਾਂ ਲਾਵਾਰਿਸ ਲੋਕਾਂ ਦਾ ਗੁਰੂ ਨਾਨਕ ਦੇ ਸਿੱਖ ਸੰਸਕਾਰ ਵੀ ਕਰਦੇ ਨੇ, ਭੋਜਨ ਵੀ ਪ੍ਰਸ਼ਾਦ ਪਹੁੰਚਾਉਂਦੇ ਨੇ। ਕਿਉਂ? ਪਤਾ ਉਹਨਾਂ ਨੂੰ ਪਤਾ ਹੈ ਡਰ ਕਾਹਦਾ ਹੈ, ਹੁਕਮ ਹੈ। ਜਦੋਂ ਹੁਕਮ ਆਏਗਾ ਤੁਰ ਜਾਣਾ ਆਪਾਂ। ਇਹੀ ਖਿਆਲ ਗੁਰੂ ਨਾਨਕ ਜੀ ਦਾ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਘਰ ਵਸ ਗਿਆ, ਹਿਰਦੇ 'ਚ ਵਸ ਗਿਆ। ਤਾਂ ਹੀ ਉੱਤੇ ਤੁਰ ਪੈਂਦੇ ਨੇ। ਜਿੱਧਰ ਨੂੰ ਦੇਖਿਆ ਜਰਾ ਖਤਰਾ, ਜਰਾ ਦੁੱਖ ਲੱਗਦਾ ਹੈ, ਸਾਮਾਨ ਸਿਰ 'ਤੇ ਚੁੱਕ ਕੇ ਤੁਰ ਪੈਂਦਾ ਹੈ। ਕਿਉਂ? ਉਹਨੂੰ ਪਤਾ ਹੈ ਇਹਦੇ ਹਿਰਦੇ 'ਚ ਗੱਲ ਵਸੀ ਹੋਈ ਹੈ ਕਿ ਮਰਨਾ ਜੀਵਣਾ ਪ੍ਰਭੂ ਦੇ ਹੁਕਮ ਦੇ ਵਿੱਚ ਹੈ। ਅਤੇ ਜਿੰਨਾ ਚਿਰ ਉਹਦਾ ਹੁਕਮ ਨਹੀਂ ਹੈ ਉਹਨਾਂ ਚਿਰ ਕੋਈ ਮਾਰ ਨਹੀਂ ਸਕਦਾ। ਜਿਸਕਾ ਸਾਸ ਨ ਕੱਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਤੁਰ ਪੈਂਦਾ। ਇਸ ਕਰਕੇ ਮਹਾਰਾਜ ਦੁੱਖ ਦੁਸ਼ਮਣ ਦੁੱਖ ਤਿਸ ਨੂੰ ਨੇੜ ਨ ਆਵੈ, ਪੋਹ ਨਾ ਸਕੈ ਕੋਈ, ਉਹਨੂੰ ਤੇ ਛੂ ਵੀ ਨਹੀਂ ਕੋਈ ਸਕਦਾ। ਕਹਿ ਲੱਗੇ ਗੁਰਮੁਖ ਮਨ ਵਿਚਾਰਿਆ। ਗੁਰਮੁਖ ਜਨਾਂ ਨੇ ਇਸ ਗੱਲ ਨੂੰ ਆਪਣੇ ਹਿਰਦੇ 'ਚ ਮਨ 'ਚ ਵਿਚਾਰ ਕੀਤਾ ਹੈ। ਕੀ ਵਿਚਾਰ ਕੀਤਾ ਜੀ? ਜੋ ਤਿਸ ਭਾਵੈ ਸੋ ਹੋਏ। ਹਮਰਾ ਕੀਆ ਕੁਛ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਫਿਰ ਕੀ ਹੋਇਆ? ਕਹਿਣ ਲੱਗੇ ਨਾਨਕ ਆਪੇ ਹੀ ਪਤ ਰੱਖ ਸੀ। ਤੂੰ ਵਿਸ਼ਵਾਸ ਤੇ ਕਰ, ਤੂੰ ਇਸ ਮੁਕਾਮ ਤੇ ਪਹੁੰਚ ਸੀ ਜੋ ਤਿਸ ਭਾਵੈ, ਫਿਰ ਆਪੇ ਹੀ ਪਤ ਰੱਖ ਸੀ। ਬੜਾ ਪਿਆਰਾ ਬਚਨ ਪੁਰਾਣੀ ਭਾਸ਼ਾ 'ਚ। ਨਾਨਕ ਆਪੇ ਹੀ ਪਤ ਰੱਖ ਸੀ, ਆਪੇ ਇੱਜ਼ਤ ਰੱਖ ਲੇਗਾ। ਕਾਰਜ ਸਵਾਰੇ ਸੋਏ, ਤੇ ਨਾਲੇ ਤੇਰੇ ਕਾਰਜ ਵੀ ਸਵਾਰੇਗਾ। ਬਸ ਟਿਕ ਤੇ ਸਹੀ ਉਸ ਕਰਤਾ ਪੁਰਖ ਦੇ ਪਿਆਰ ਵਿੱਚ, ਉਸ ਕਰਤਾ ਪੁਰਖ ਦੇ ਨਾਮ 'ਤੇ। ਉਹਨੇ ਸਾਰਾ ਜਗ ਧੰਦੜੇ ਲਾਇਆ। ਤੂੰ ਵੀ ਜੋ ਧੰਦੇ ਤੈਨੂੰ ਲਾਇਆ ਤੂੰ ਲੱਗਾ ਰਹਿ, ਜੋ ਕਿਰਤ ਮਿਲੀ ਕਰਦਾ ਰਹਿ, ਪਰ ਸੱਚੀ ਕਿਰਤ ਸਿਮਰਨ ਦੀ ਉਹ ਵੀ ਕਰਦਾ ਰਹਿ, ਤਾਂ ਕਿ ਇਸ ਮੁਕਾਮ ਨੂੰ ਹਾਸਲ ਕਰ ਸਕੀ। ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।